ਪੰਜਾਬ ਦੀਆਂ 3 ਵੱਡੀਆਂ ਸਮੱਸਿਆਵਾਂ ਨੇ। ਸਭ ਤੋਂ ਪਹਿਲਾਂ ਅਨਇੰਪਲੋਇਮੈਂਟ ਮਤਲਬ ਬੇਰੁਜ਼ਗਾਰੀ, ਦੂਸਰਾ ਮਾਈਗ੍ਰੇਸ਼ਨ ਮਤਲਬ ਕਿ ਪ੍ਰਵਾਸ ਜਿਹਨੂੰ ਆਪਾਂ ਬ੍ਰੇਨ ਡਰੇਨ ਦੀ ਦਿਸ਼ਾ ਤੋਂ ਵੀ ਦੇਖ ਸਕਦੇ ਹਾਂ, ਔਰ ਤੀਸਰਾ ਹੈ ਐਡਿਕਸ਼ਨ ਮਤਲਬ ਨਸ਼ੇ ਤੇ ਲੱਗੇ ਹੋਏ ਪੰਜਾਬੀ। ਇਹ ਤਿੰਨੋਂ ਹੀ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ, ਇਹਨਾਂ ਦੇ ਪਿਛਲੀ ਜੜ ਜਿਹੜੀ ਹੈ, ਰੂਟ ਕਾਜ਼ ਆ ਇਹਨਾਂ ਦਾ, ਉਹ ਕਿਤੇ ਨਾ ਕਿਤੇ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ, ਕਿਤੇ ਨਾ ਕਿਤੇ ਨਹੀਂ, ਪ੍ਰਮੁੱਖ ਤੌਰ ਤੇ ਸਾਡੇ ਐਜੂਕੇਸ਼ਨ ਸਿਸਟਮ ਦੀਆਂ ਕਮੀਆਂ ਖਾਮੀਆਂ ਚੋਂ ਹੀ ਨਿਕਲਦਾ ਹੈ। ਅਨਇੰਪਲੋਇਮੈਂਟ, ਬੇਰੁਜ਼ਗਾਰੀ। ਬੇਰੁਜ਼ਗਾਰੀ ਕਿਉਂ ਹੈ? ਕਿਉਂਕਿ ਇੱਕ ਬਹੁਤ ਵੱਡਾ ਕਾਰਨ ਦੱਸਿਆ ਜਾ ਰਿਹਾ ਕਿ ਪੰਜਾਬ ਦਾ ਜਿਹੜਾ ਯੂਥ ਹੈ, ਪੜ੍ਹਿਆ ਲਿਖਿਆ ਯੂਥ, ਉਹ ਇੰਪਲੋਏਬਲ ਹੀ ਨਹੀਂ ਆ, ਉਹ ਨੌਕਰੀ ਕਰਨ ਦੇ ਫਿੱਟ ਹੀ ਨਹੀਂ ਹੈਗਾ। ਬਹੁਤ ਵੱਡਾ ਸੈਕਸ਼ਨ। ਅਗਰ ਐਡਿਕਸ਼ਨ ਆ, ਐਡਿਕਸ਼ਨ ਕਿਉਂ ਹੈ? ਕਿਉਂਕਿ ਆਪਾਂ ਐਜੂਕੇਸ਼ਨ ਦੇ ਥਰੂ, ਲਰਨਿੰਗ ਦੇ ਥਰੂ ਇੱਕ ਸਿਵਲਾਈਜ਼ਡ ਸੁਸਾਇਟੀ, ਇੱਕ ਸਿਵਲਾਈਜ਼ਡ ਹਿਊਮਨ ਬੀਇੰਗ ਜਿਹੜਾ ਕ੍ਰਿਟੀਕਲ ਥਿੰਕਿੰਗ ਰੱਖਦਾ ਹੋਵੇ, ਮਜ਼ਬੂਤ ਥਿੰਕਿੰਗ ਰੱਖਦਾ ਹੋਵੇ, ਆਪਾਂ ਉਹ ਪੈਦਾ ਨਹੀਂ ਕਰ ਪਾਏ। ਮਾਈਗ੍ਰੇਸ਼ਨ ਕਿਉਂ ਹੈ? ਕਿਉਂਕਿ ਸੁਪਰਮਾਰਕੀਟਸ ਜਾਂ ਲੇਬਰ ਕਲਾਸ ਦੇ ਵਿੱਚ ਜੌਬ ਕਰਕੇ ਇੱਥੇ ਕਮਾਈਆਂ ਨਹੀਂ ਹੈਗੀਆਂ, ਔਰ ਬਹੁਤ ਵੱਡੀ ਇਨੋਵੇਟਿਵ ਤਬਕਾ ਆਪਾਂ ਪੈਦਾ ਨਹੀਂ ਕਰ ਪਾਏ। ਪੰਜਾਬ ਦੀ ਐਜੂਕੇਸ਼ਨ ਸਿਸਟਮ ਦੇ ਬਹੁਤ ਵੱਡੇ ਕ੍ਰਾਈਸਿਸ ਨੇ। ਉਹਨਾਂ ਕ੍ਰਾਈਸਿਸ ਨੂੰ ਸਮਝਣਾ ਔਰ ਉਹਨਾਂ ਕ੍ਰਾਈਸਿਸ ਤੇ ਐਜੂਕੇਸ਼ਨ ਨਾਲ ਜੁੜੀ ਹੋਈ ਪਾਲਿਸੀ ਮੇਕਿੰਗ ਜੋ ਸਰਕਾਰ ਕਰ ਰਹੀ ਆ, ਉਹਦੇ ਤੇ ਲਗਾਤਾਰ ਗੱਲਬਾਤ ਨੂੰ ਜਾਰੀ ਰੱਖਣ ਦੇ ਲਈ, ਅੱਗੇ ਤੋਂ ਅੱਗੇ ਤੋਰੀ ਰੱਖਣ ਦੇ ਲਈ, ਕਿਉਂਕਿ ਪੰਜਾਬ ਦੇ ਵਿੱਚ ਕਰੰਟ ਮੁੱਦੇ ਤਾਂ ਬਹੁਤ ਨੇ, ਪਰ ਜਿਹੜਾ ਇਹ ਮਸਲਾ ਆ ਸਾਡੀ ਐਜੂਕੇਸ਼ਨ ਵਿਵਸਥਾ ਦੇ ਨਾਲ, ਸਾਡੇ ਸਕੂਲਾਂ, ਕਾਲਜਾਂ ਐਂਡ ਯੂਨੀਵਰਸਿਟੀਆਂ ਦੇ ਨਾਲ ਜੁੜਿਆ ਹੋਇਆ, ਇਹ ਅਸਲ ਦੇ ਵਿੱਚ ਪੰਜਾਬ ਦੀਆਂ ਨਸਲਾਂ ਦਾ ਮਸਲਾ ਹੈ, ਸਾਡੇ ਭਵਿੱਖ ਦਾ ਮਸਲਾ ਹੈ। ਚਾਹੇ ਪੰਜਾਬ ਸਰਕਾਰ 17,000 ਕਰੋੜ ਜਾਂ ਇਸ ਤੋਂ ਵੀ ਵੱਡੀਆਂ ਰਕਮਾਂ ਜਿਹੜੀਆਂ ਨੇ ਉਹ ਇਨਵੈਸਟ ਕਰਨ ਦੀਆਂ ਗੱਲਾਂ ਨੇ, ਦੇਸ਼ ਭਰ ਦੇ ਵਿੱਚ ਵੀ ਰਾਈਟ ਆਫ ਐਜੂਕੇਸ਼ਨ ਆ, ਪਰ ਜਿਹੜੇ ਸਾਡੇ ਅਦਾਰੇ ਨੇ, ਸਾਡੇ ਸਕੂਲਸ ਨੇ, ਕਾਲਜਸ ਆ, ਇਹਨਾਂ ਦੇ ਵਿੱਚ ਜਿਹੜਾ ਢਾਂਚਾਗਤ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਜੂਝਦੇ ਪਏ ਨੇ, ਉਹ ਜਿਹਦੇ ਵਿੱਚੋਂ ਐਜੂਕੇਸ਼ਨ ਕ੍ਰਾਈਸਿਸ ਨਿਕਲ ਰਿਹਾ ਤੇ ਸਾਡੇ ਸਟੂਡੈਂਟਸ ਨੂੰ, ਵਿਦਿਆਰਥੀਆਂ ਨੂੰ, ਸਾਡੀਆਂ ਨਸਲਾਂ ਨੂੰ ਉਹ ਬਣਦੀ ਐਜੂਕੇਸ਼ਨ ਮਿਲ ਨਹੀਂ ਰਹੀ। ਸੋ ਅੱਜ ਦਾ ਪ੍ਰੋਗਰਾਮ ਇੱਕ ਤਰ੍ਹਾਂ ਦੇ ਨਾਲ ਸ਼ੁਰੂਆਤ ਹੈ, ਇੱਕ ਲੜੀ ਹੈ ਕਿ ਪੰਜਾਬ ਦੀ ਐਜੂਕੇਸ਼ਨ, ਨਾ ਕਿ ਪੰਜਾਬ ਸਿਰਫ, ਪੂਰੇ ਭਾਰਤ ਦੇ ਵਿੱਚ ਜਿਹੜੀ ਐਜੂਕੇਸ਼ਨ ਨਾਲ ਜੁੜੇ ਹੋਏ ਮਸਲੇ ਨੇ, ਉਹਨਾਂ ਨੂੰ ਲਗਾਤਾਰ ਡਿਸਕਸ ਕੀਤਾ ਜਾਵੇ ਤੇ ਪੰਜਾਬੀ ਆਡੀਅנס ਦੇ ਅੱਗੇ ਇਹ ਚੀਜ਼ਾਂ ਰੱਖੀਆਂ ਜਾਣ। ਪੰਜਾਬ ਦਾ ਜਿਹੜਾ ਗਰੀਬ ਵਰਗ ਹੈ, ਉਹਦੀ ਡੈਸਟੀਨੀ ਦੇ ਵਿੱਚ ਤਾਂ ਸਰਕਾਰੀ ਸਕੂਲ ਹੀ ਨੇ, ਪਰ ਜਿਹੜਾ ਮੱਧ ਵਰਗ ਹੈ ਜਾਂ ਜਿਹੜਾ ਕੁਝ ਪੈਸੇ ਅਫੋਰਡ ਕਰ ਸਕਦਾ, ਉਹ ਆਪਣੇ ਪਿੰਡਾਂ ਦੇ ਵਿੱਚ ਬਣੇ ਹੋਏ ਸੋ ਕਾਲਡ ਅੰਗਰੇਜ਼ੀ ਸਕੂਲਾਂ ਦੇ ਵਿੱਚ ਹੀ ਬੱਚਿਆਂ ਨੂੰ ਪੜ੍ਹਾ ਕੇ ਬਹੁਤ ਗ੍ਰੇਟ ਫੀਲ ਕਰਦੇ ਨੇ, ਸਰਕਾਰੀ ਸਕੂਲਾਂ 'ਚੋਂ ਭੇਜਣਾ ਨਹੀਂ ਚਾਹੁੰਦੇ। ਸੋ ਇਹੀ ਸਮੱਸਿਆਵਾਂ ਨੂੰ ਡਿਸਕਸ ਕਰਨ ਦੇ ਲਈ ਮੇਰੇ ਨਾਲ ਅੱਜ ਖਾਸ ਮਹਿਮਾਨ ਨੇ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦਾ 34-35 ਸਾਲ ਦਾ ਐਕਸਪੀਰੀਅੰਸ ਹੈ ਐਜੂਕੇਸ਼ਨ ਦੇ ਵਿੱਚ। ਹੈਡਮਾਸਟਰ ਦੇ ਲੈਵਲ ਤੱਕ ਉਹਨਾਂ ਨੇ ਆਪਣਾ ਕੰਮ ਕੀਤਾ, ਪਰ ਅਲੋਂਗ ਵਿਦ ਦਿਸ ਜਿਹੜਾ ਧਿਆਨ ਉਹਨਾਂ ਨੇ ਪੰਜਾਬ ਦੇ ਐਜੂਕੇਸ਼ਨ ਕ੍ਰਾਈਸਿਸ ਤੇ ਦਿੱਤਾ, ਜਿਹੜੀ ਜਾਣਕਾਰੀ ਉਹਨਾਂ ਨੇ ਇਕੱਠੀ ਕੀਤੀ ਔਰ ਆਪਣਾ ਓਪੀਨੀਅਨ ਬਣਾਇਆ, ਆਪਣੀ ਕਿਤਾਬ ਦੀ ਸ਼ਕਲ ਦੇ ਵਿੱਚ, ਆਪਣੀ ਰਿਸਰਚ ਦੀ ਸ਼ਕਲ ਦੇ ਵਿੱਚ ਸਾਡੇ ਸਾਹਮਣੇ ਬਹੁਤ ਡਾਟਾ ਲੈ ਕੇ ਆਂਦਾ। ਅੱਜ ਉਹਨਾਂ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਮੈਂ ਸਰ ਨੂੰ ਸ਼ਾਮਿਲ ਕਰਦੇ ਹੋਏ ਸਰ ਦਾ ਸਵਾਗਤ ਕਰਦੀ ਹਾਂ। ਬਹੁਤ ਬਹੁਤ ਧੰਨਵਾਦ ਮਨਵੀਰ ਜੀ। ਸਰ, ਐਜੂਕੇਸ਼ਨ ਕ੍ਰਾਈਸਿਸ ਸ਼ਬਦ ਤਾਂ ਦੋ ਹੀ ਨੇ, ਪਰ ਇਹਦੇ ਵਿੱਚ ਹੀ ਸਾਡੀ ਨਸਲਾਂ, ਸਾਡੇ ਭਵਿੱਖ ਦੇ ਨਾਲ ਜੁੜਿਆ ਹੋਇਆ ਹਰ ਇੱਕ ਮਸਲਾ, ਅਨਇੰਪਲੋਇਮੈਂਟ, ਮਾਈਗ੍ਰੇਸ਼ਨ ਐਂਡ ਐਡਿਕਸ਼ਨ ਐਂਡ ਉਸ ਤੋਂ ਇਲਾਵਾ ਰੈਡੀਕਲਾਈਜੇਸ਼ਨ, ਧਾਰਮਿਕ ਕੱਟੜਤਾ ਵੱਲ ਵੀ ਸਾਡੀ ਨੌਜਵਾਨੀ ਦਾ ਇੱਕਦਮ ਹੀ ਝੁਕਾਵ ਹੋ ਜਾਂਦਾ। ਇਹਨਾਂ ਦੀ ਪ੍ਰੋਬਲਮ ਜਿਹੜੀ ਆ, ਮੈਨੂੰ ਐਵੇਂ ਮਹਿਸੂਸ ਹੁੰਦਾ ਹੈ ਕਿ ਸਿਰਫ ਐਜੂਕੇਸ਼ਨ ਸਿਸਟਮ ਦੀਆਂ ਪ੍ਰੋਬਲਮਸ ਕਰਕੇ ਹੀ ਹੈ। ਕੀ ਇਹ ਗੱਲ ਮੇਰੀ ਸਹੀ ਹੋਏਗੀ ਸਭ ਤੋਂ ਪਹਿਲਾਂ ਜੀ ਕਹਿਣਾ? ਦੇਖੋ, ਇਹ ਤਾਂ ਮਸਲਾ ਨਾ ਕਾਫੀ ਹੱਦ ਤੱਕ ਸਾਹਮਣੇ ਉੱਭਰਵੇਂ ਰੂਪ 'ਚ ਆ ਗਿਆ ਕਿ ਸਾਡੀ ਜੜ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੈਗੀ ਆ। ਉਹ ਸਮੱਸਿਆ ਐਜੂਕੇਸ਼ਨ ਦੇ ਵਿੱਚ ਜੇ ਪ੍ਰੋਪਰਲੀ ਹੈਂਡਲ ਨਾ ਹੋਵੇ ਤਾਂ ਦੂਜੀਆਂ ਜਿਹੜੀਆਂ ਉਹਦੀਆਂ ਬਾਈ ਪ੍ਰੋਡਕਟਸ ਨੇ, ਖਾਸ ਕਰ ਜਿਵੇਂ ਡਰੱਗਸ ਵਾਲਾ ਇਸ਼ੂ ਕਿਹਾ ਤੁਸੀਂ, ਜਾਂ ਮਾਈਗ੍ਰੇਸ਼ਨ ਵਾਲਾ ਕਿਹਾ, ਜਾਂ ਪ੍ਰੋਪਰ ਪੈਦਾਵਾਰ ਤੇ ਐਜੂਕੇਸ਼ਨ ਨੂੰ ਤੋੜਨ ਕਰਕੇ ਬੇਰੁਜ਼ਗਾਰੀ ਦਾ ਮਸਲਾ ਜਿਹੜਾ ਆਇਆ, ਇਹ ਠੀਕ ਇਸ਼ੂਜ਼ ਨੇ ਜਿਹੜੇ ਅੱਜ ਦੇ ਸਮੇਂ 'ਚ ਆ। ਪਰ ਇਹਨੂੰ ਦੇਖਣ ਵਾਸਤੇ ਸਾਨੂੰ ਐਜੂਕੇਸ਼ਨ ਦੇ ਜਿਹੜੇ ਲੰਬੇ ਦਾਅ ਤੋਂ ਇਹਦੀ ਪਹਿਲੂਆਂ ਵੱਲ ਨੂੰ ਸਾਨੂੰ ਜਾਣਾ ਪਊਗਾ, ਤਾਂ ਅਸੀਂ ਇਸ ਅੱਜ ਦੇ ਸੰਕਟ ਨੂੰ ਸਮਝ ਸਕਦੇ ਹਾਂ ਤੇ ਉਹਦੇ ਹੱਲ ਵੱਲ ਨੂੰ ਅਸੀਂ ਤੁਰ ਸਕਦੇ ਹਾਂ। ਜੀ ਡਾਕਟਰ ਸਾਹਿਬ, ਫਿਰ ਇਹ ਐਜੂਕੇਸ਼ਨ ਸੰਕਟ ਜਿਹੜਾ ਹੈਗਾ, ਲਰਨਿੰਗ ਦਾ ਸੰਕਟ ਹੈ ਸਾਡੇ ਬੱਚਿਆਂ ਸਾਹਮਣੇ,
ਉਹ ਇਸ ਕਰਕੇ ਆਇਆ ਕਿਉਂਕਿ ਸਾਡੇ ਤੰਤਰ ਦੀਆਂ ਖਾਮੀਆਂ ਨੇ, ਬੱਚਿਆਂ ਦਾ ਤਾਂ ਕਸੂਰ ਕੋਈ ਨਹੀਂ ਹੈਗਾ। ਸੋ ਮੈਂ ਚਾਹਾਂਗੀ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਇੱਕ ਸਾਨੂੰ ਹਿਸਟੋਰੀਕਲ ਪਰਸਪੈਕਟਿਵ ਦਿਓ ਕਿ ਇਸ ਭਾਰਤ ਦੇ ਵਿੱਚ, ਇਸ ਭਾਰਤ ਦੇਸ਼ ਦੇ ਵਿੱਚ ਐਜੂਕੇਸ਼ਨ ਸਿਸਟਮ ਕੀ ਅੱਜ ਆ ਕੇ ਖਰਾਬ ਹੋਈ ਆ, ਜਾਂ ਜਦੋਂ ਗੋਰੇ ਸੀ, ਜਦੋਂ ਆਪਾਂ ਕਲੋਨੀ ਹੁੰਦੇ ਸੀ ਬ੍ਰਿਟਿਸ਼ ਦੀ, ਉਸ ਸਮੇਂ ਦੇ ਕੀ ਹਾਲਾਤ ਸੀ, ਫਿਰ ਭਾਰਤ ਆਜ਼ਾਦ ਹੁੰਦਾ ਹੈ, ਕਿ ਉਸ ਆਜ਼ਾਦੀ ਦੇ ਵਿੱਚ, ਉਸ ਬੁਨਿਆਦ ਦੇ ਵਿੱਚ ਐਜੂਕੇਸ਼ਨ ਨੂੰ ਬਹੁਤ ਤਵੱਜੋ ਦਿੱਤੀ ਗਈ ਸੀ, ਔਰ ਅੱਜ ਦੇ ਸਮੇਂ ਦੇ ਇੱਕ ਹਿਸਟੋਰੀਕਲ ਪਰਸਪੈਕਟਿਵ ਸਰ, ਬਹੁਤ ਕੁਇਕਲੀ ਪਲੀਜ਼। ਦੇਖੋ, ਮੈਂ ਨਾ ਦੋ ਪੱਖਾਂ ਤੇ ਇਸ ਸਵਾਲ ਨੂੰ ਡੀਲ ਕਰੂੰਗਾ। ਪਹਿਲਾ ਇਹ ਸੀ ਕਿ 19ਵੀਂ ਤੇ 20ਵੀਂ ਸਦੀ, ਕਿਉਂਕਿ ਹੁਣ 21ਵੀਂ ਚ ਅਸੀਂ ਚੱਲ ਰਹੀ ਆ, 19ਵੀਂ ਸਦੀ ਜਦੋਂ ਸ਼ੁਰੂਆਤ ਹੁੰਦੀ ਹੈ 1813 ਦੇ ਵਿੱਚ, ਅੰਗਰੇਜ਼ ਇੱਕ ਐਜੂਕੇਸ਼ਨ ਦੇ ਸਵਾਲ ਤੇ ਪਾਲਿਸੀ ਲੈ ਕੇ ਆਉਂਦੇ ਨੇ, ਜਿਹਨੂੰ ਚਾਰਟਰ ਐਕਟ ਕਿਹਾ ਜਾਂਦਾ, ਕਿ ਜਿੰਨੇ ਅਸੀਂ ਪੈਸੇ ਇਕੱਠੇ ਕਰਾਂਗੇ ਉਹਦੇ ਚੋਂ 1 ਲੱਖ ਰੁਪਈਆ ਐਜੂਕੇਸ਼ਨ ਤੇ ਦੇਸ਼ ਭਰ ਚ ਖਰਚ ਕਰਾਂਗੇ। ਉਹ 1813 ਤੋਂ ਬਾਅਦ ਚ ਕੀ ਹੋਇਆ ਵੀ ਥੋੜਾ ਬਹੁਤਾ ਉਹਨਾਂ ਨੇ ਐਜੂਕੇਸ਼ਨ ਤੇ ਖਰਚਣਾ ਸ਼ੁਰੂ ਵੀ ਕੀਤਾ, ਪਰ ਨਾਲ ਹੀ ਕੀ ਆ, ਇੱਕ 1835 ਚ ਆ ਕੇ ਇੱਕ ਮਸਲਾ ਖੜਾ ਹੋ ਜਾਂਦਾ ਕਿ ਮਕਾਲੇ ਨਾਂ ਦਾ ਇੱਕ ਬਹੁਤ ਵੱਡਾ ਗਵਰਨਮੈਂਟ ਦਾ ਉਦੋਂ ਸਲਾਹਕਾਰ ਸੀ, ਜਿਹਨੂੰ ਅਸੀਂ ਮਕਾਲੇ ਮਿਨਟਸ ਕਹਿੰਦੇ ਆ, ਉਹ ਬਹੁਤ ਜ਼ੋਰ ਨਾਲ ਰੱਖਦਾ ਵੀ ਇਹ ਵੀ ਪੈਸੇ ਨਹੀਂ ਦੇਣੇ ਚਾਹੀਦੇ। ਕਾਰਨ ਇਹ ਹੈ ਕਿ ਜਿਹੜੀ ਇੱਥੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਪੜ੍ਹਾਈ ਜਾਂਦੀ ਹੈ, ਜਿਹੜੀ ਟ੍ਰੈਡੀਸ਼ਨਲ ਆ, ਲੋਕਲ ਐਜੂਕੇਸ਼ਨ ਆ, ਵਰਨੈਕੂਲਰ ਐਜੂਕੇਸ਼ਨ ਆ, ਉਹਦੇ ਤੇ ਕੋਈ ਪੈਸਾ ਖਰਚਣ ਦੀ ਲੋੜ ਨਹੀਂ। ਇੱਥੋਂ ਤੱਕ ਉਹਨੇ ਬਹੁਤ ਹਾਰਸ਼ ਵਰਡ ਇਹ ਯੂਜ਼ ਕੀਤੇ ਸੀ ਕਿ ਭਾਰਤੀ ਤੇ ਅਰਬੀ ਲਿਟਰੇਚਰ ਆ, ਜਿਹੜਾ ਇਹਨਾਂ ਦਾ ਸਿੱਖਿਆ ਵਾਲਾ, ਉਹ ਇੱਕ ਜਿਹੜੀ ਬਰਤਾਨੀਆ ਦੀ ਲਾਇਬ੍ਰੇਰੀ ਦੀ ਇੱਕ ਸੈਲਫ ਆ, ਉਹਦੇ ਵਿੱਚ ਆ ਸਕਦਾ। ਇੱਥੋਂ ਤੱਕ ਉਹਨੇ ਆਪਣੇ 8 ਪੇਜ ਦੇ ਡਾਕੂਮੈਂਟ ਦੇ ਵਿੱਚ ਦਰਜ ਕੀਤੇ। ਉਹਦੇ ਚ ਕੀ ਹੋਇਆ ਵੀ ਜਦੋਂ ਉਹਨੇ ਇਹ ਗੱਲ ਕੀਤੀ ਤਾਂ ਉਹ ਤੋਂ ਬਾਅਦ ਚ ਜਦੇ ਹੀ ਇੱਕ ਬਹਿਸ ਸ਼ੁਰੂ ਹੋ ਗਈ। ਉਦੋਂ ਵੀ ਇਹ ਜਦੋਂ ਉਹਨੇ ਕਿਹਾ ਵੀ ਪੈਸੇ ਨਾ ਦਿੱਤੇ ਜਾਣ, ਵੀ ਸਰਕਾਰ ਨਾ ਖਰਚੇ, ਨਾਲ ਉਹਨੇ ਇਹ ਕਿਹਾ ਕਿ ਅੰਗਰੇਜ਼ੀ ਦੀ ਐਜੂਕੇਸ਼ਨ ਹੋਵੇ ਤੇ ਇੰਗਲਿਸ਼ ਦੇ ਵਿੱਚ ਖਾਸ ਕਰ ਸਾਇੰਸ ਆ ਜਿਹੜੀ, ਜਾਂ ਸਾਡੇ ਜਿਹੜੇ ਬਰਤਾਨੀਆ ਦੇ ਜਿਹੜੇ ਰਾਈਟਰਸ ਨੇ ਉਹਨਾਂ ਨੂੰ ਹੀ ਟਰਾਂਸਲੇਟ ਕਰਕੇ ਪੜ੍ਹਾਇਆ ਜਾਵੇ, ਉਹ ਪੈਸਾ ਉਧਰਲੇ ਪਾਸੇ ਨੂੰ ਖਰਚਿਆ ਜਾਵੇ। ਤਾਂ ਇਹਦੇ ਚ ਉਹ ਜਦੋਂ ਇਹ ਪ੍ਰੋਸੈਸ ਉਹਨੇ ਸ਼ੁਰੂ ਕੀਤਾ ਤੇ 1835 ਤੋਂ ਲੈ ਕੇ 1854 ਤੱਕ ਬਹਿਸ ਐਜੂਕੇਸ਼ਨ ਚ ਸ਼ੁਰੂ ਕਰਦੀ ਆ। ਉਸ ਵੇਲੇ ਦੇ ਦੁਨੀਆ ਦੇ ਵੱਡੇ ਵਿਦਵਾਨ ਇਸ ਗੱਲ ਨੂੰ ਕਹਿੰਦੇ ਨੇ ਕਿ ਅੱਜ ਵੀ ਉਹ ਕਹਿੰਦੇ ਨੇ ਕਿ ਜੇ ਕਲਚਰਲ ਇੰਪੀਰੀਅਲਿਜ਼ਮ ਦਾ ਡਾਕੂਮੈਂਟ ਦੇਖਣਾ ਹੋਵੇ ਐਜੂਕੇਸ਼ਨ ਦੀ ਹਿਸਟਰੀ ਚੋਂ, ਤਾਂ ਮਕਾਲੇ ਮਿਨਟਸ ਦੇਖ ਲਏ ਜਾਣ ਕਿ ਸੱਭਿਆਚਾਰ ਤੌਰ ਤੇ ਜੇ ਕਿਸੇ ਨੂੰ ਗੁਲਾਮ ਕਰਨਾ ਹੋਵੇ ਤਾਂ ਐਜੂਕੇਸ਼ਨ ਦੇ ਵਿੱਚ ਉਹਦੀ ਭਾਸ਼ਾ, ਉਹਦੀ ਬੋਲੀ, ਉਹਦਾ ਕਲਚਰ ਆ, ਹੌਲੀ ਹੌਲੀ ਉਠਾ ਦਿਓ, ਪਰੇ ਕਰ ਦਿਓ ਤੇ ਦੂਜੇ ਪਾਸੇ ਦੂਜੀ ਜਿਹੜੀ ਆ ਉਹਨਾਂ ਦਾ ਸਿਸਟਮ ਖੜਾ ਕਰ ਲਿਓ। ਇਸ ਕਰਕੇ 1835 ਤੋਂ 1854 ਤੱਕ ਇੱਕ ਬਹਿਸ ਚੱਲਦੀ ਰਹੀ। ਜਿਹੜੇ ਵਰਨੈਕੂਲਰ ਸਕੂਲ ਸੀਗੇ ਲੋਕਾਂ ਨੇ ਖੋਲੇ ਸੀ, ਇਹ ਸਾਡੀ ਟ੍ਰੈਡੀਸ਼ਨ ਰਹੀ ਆ ਬੜੀ ਪਾਵਰਫੁਲ ਕਿ ਜਿਹੜੇ ਸਾਡਾ ਐਜੂਕੇਸ਼ਨ ਦਾ ਸਿਸਟਮ ਆਇਆ, ਚਾਹੇ ਉਹ ਗੁਰਦੁਆਰਿਆਂ ਦੇ ਰਾਹੀਂ ਆਇਆ, ਉਹਦੇ ਨੇੜ ਨਾਲ ਸਕੂਲ ਹੁੰਦਾ ਸੀ, ਚਾਹੇ ਈਵਨ ਸੀ ਜਿਹੜੀਆਂ ਮਸਜਿਦ ਸੀ ਉਹਦੇ ਨਾਲ ਸੀ, ਜਾਂ ਮਦਰਸੇ ਸੀ, ਜਾਂ ਵੱਖ-ਵੱਖ ਜਿਹੜੀਆਂ ਧਾਰਮਿਕ ਜਿੰਨੀਆਂ ਲਹਿਰਾਂ ਸੀ, ਉਹਦੇ ਨਾਲ ਐਜੂਕੇਸ਼ਨ ਦਾ ਏਜੰਡਾ ਬਹੁਤ ਜ਼ਿਆਦਾ ਜੁੜਿਆ ਸੀ। ਸਾਡੇ ਖਿੱਤੇ 'ਚ ਵੀ ਇਹ ਬਹੁਤ ਵੱਡੇ ਪੱਧਰ ਤੇ, ਹਰ ਪੱਧਰ ਤੇ ਸਿੱਖਿਆ ਦੇਣ ਦਾ ਕਾਰਜ ਕੀਤਾ ਜਾਂਦਾ ਹੈ। ਜਿਵੇਂ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਦੁਆਰਾ ਖਡੂਰ ਸਾਹਿਬ ਆ, ਉੱਥੇ ਜਿਹੜਾ ਗੁਰਮੁਖੀ ਲਿਪੀ ਦੇ ਤੌਰ ਤੇ ਉਹ ਕੇਂਦਰ, ਕਹਿਣ ਦਾ ਭਾਵ ਇੱਕ ਲੰਬੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਸੀ, ਫਿਰ ਲੋਕਾਂ ਨੇ ਆਪ ਮੁਹਾਰੇ ਆਪਣੇ ਸਕੂਲ ਕਿਸੇ ਨਾ ਕਿਸੇ ਰੂਪ ਦੇ ਚਲਾਉਣੇ ਸ਼ੁਰੂ ਕੀਤੇ। 1835 ਤੋਂ 1854 ਜਿਹਨੂੰ ਕਹਿੰਦੇ ਨੇ, ਇੰਡੀਆ ਦੀ ਸਭ ਤੋਂ ਵੱਡੀ ਬਹਿਸ ਇਸ ਮਸਲੇ ਤੇ ਚੱਲੀ। ਜਿਹੜੇ ਇੱਕ ਓਰੀਐਂਟਲਿਜ਼ਮ ਵਾਲੇ ਸੀ, ਸਾਡੇ ਭਾਸ਼ਾਵਾਂ, ਕਲਚਰ, ਖਿੱਤਿਆ, ਦੁਨੀਆ ਦਾ ਇਹ ਸਭ ਤੋਂ ਪਾਵਰਫੁਲ ਕਿੱਤਾ ਜਿੱਥੇ 1500 ਭਾਸ਼ਾਵਾਂ ਨੇ, ਇੰਨੀਆਂ ਭਾਸ਼ਾਵਾਂ, ਇੰਨੀਆਂ ਲੈਂਗੁਏਜ, ਇੰਨੇ ਕਲਚਰ, ਉਹ ਸਾਰੇ ਦੇ ਸਾਰੇ ਅੰਗਰੇਜ਼ ਚਾਹੁੰਦੇ ਸੀ ਵੀ ਅੰਗਰੇਜ਼ੀ ਰਾਹੀਂ ਸਿਰਫ ਕਲਰਕ, ਬਾਊ ਤੇ ਥੋੜੇ ਬਹੁਤੇ ਹੋਰ ਸਿਸਟਮ ਨੂੰ ਚਲਾਉਣੇ ਚਾਹੁੰਦੇ। ਇਸ ਕਰਕੇ ਉਹਨਾਂ ਨੇ ਸਿਸਟਮ ਦੇ ਵਿੱਚ ਉਹ ਚੀਜ਼ ਬਿਲਡ ਹੀ ਨਹੀਂ ਸੀ ਕਰਨਾ ਚਾਹੁੰਦੇ। ਫਿਰ ਜਦੋਂ ਬਹੁਤ ਰੌਲਾ ਪਿਆ 1854 ਚ ਇੱਕ ਵੁੱਡ ਡਿਸਪੈਚ ਰਿਪੋਰਟ ਆਉਂਦੀ ਆ, ਉਹਦੇ ਚ ਇੱਕ ਤਬਦੀਲੀ ਕੀਤੀ ਜਾਂਦੀ ਹੈ ਕਿ ਥੋੜੇ ਬਹੁਤੇ ਜਿਹੜੇ ਸਕੂਲ ਨੇ ਉਹਨਾਂ ਨੂੰ ਗ੍ਰਾਂਟ ਇਨ ਏਡ ਦੇ ਦਿੱਤੀ ਜਾਵੇ, ਸਹਾਇਤਾ ਦੇ ਦਿੱਤੀ ਜਾਵੇ। ਤੁਸੀਂ ਜਦੋਂ ਹੁਣ ਮਨਵੀਰ ਦੇਖੋ ਤਾਂ 1967 ਤੱਕ ਇਹ ਪਾਲਿਸੀ ਚੱਲਦੀ ਆ, ਬਹੁਤ ਸਕੂਲ ਸ਼ਹਿਰਾਂ ਚ ਅੱਜ ਵੀ ਨੇ ਉਦੋਂ ਸਹਾਇਤਾ ਪ੍ਰਾਪਤ ਸਕੂਲ ਦੇ ਤੌਰ ਤੇ ਇੱਕ ਨੀਤੀ ਲੈ ਕੇ ਆਉਂਦੇ ਆ ਉਸ ਤੋਂ।
ਇਸੇ ਦੌਰ ਤੋਂ ਥੋੜਾ ਜਿਹਾ ਇੱਕ ਮੈਂ ਜ਼ਿਕਰ ਕਰਨਾ ਚਾਹੁੰਦਾ। 1844 ਚ ਜੋਤੀ ਰਾਏ ਫੂਲੇ ਦੀ ਸਵਿਤਰੀ ਦੇਵੀ ਫੂਲੇ ਹੋਣੀ, ਉਹ ਕੀ ਕਰਦੇ ਨੇ ਵੀ ਉਹਨਾਂ ਨੇ ਆਪਣੇ ਇੱਕ ਏਰੀਏ 'ਚ ਲੜਕੀਆਂ ਵਾਸਤੇ ਸਕੂਲ ਖੋਲ੍ਹਿਆ। ਉਹ ਸਕੂਲ ਇਸ ਕਰਕੇ ਖੋਲ੍ਹਿਆ ਸੀਗਾ ਵੀ ਜਿਹੜੀਆਂ ਤਾਂ ਕਿ ਜਾਤੀ ਤੇ ਜੈਂਡਰ ਕਿਸਮ ਦਾ ਸਵਾਲ ਆ ਜਿਹੜਾ ਉਹ ਦੂਰ ਹੋਵੇ। ਦਲ ਕਰੀਬ ਬੱਚੇ ਪੜ੍ਹਦੇ ਸੀ ਤੇ ਨਾਲ ਲੜਕੀਆਂ ਪੜ੍ਹਦੀਆਂ ਸੀ। ਸਾਡੇ ਹਿੰਦੁਸਤਾਨ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਪੁਰਾਣਾ ਸਿਸਟਮ ਸੀ ਜਿਹਦੇ 'ਚ ਇਹ 'ਚ ਕਾਸਟ ਵੀ ਡੋਮੀਨੇਸ਼ਨ ਸੀ, ਪਾਵਰ ਵੀ ਉਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਆ। ਜੇ ਪਹਿਲਾ ਸਭ ਤੋਂ ਤਕੜਾ ਤਾਕਤਵਰ ਕਹਿਣਾ ਹੋਵੇ ਤਾਂ ਸਵਿਤਰੀ ਦੇਵੀ ਦਾ ਉਹ ਪ੍ਰੋਜੈਕਟ ਸੀ। ਉਹ ਤੋਂ ਬਾਅਦ ਆ ਕੇ 1882 ਦੇ ਵਿੱਚ ਜਦੋਂ ਅੰਗਰੇਜ਼ ਐਜੂਕੇਸ਼ਨ 'ਚ ਨਵੀਂ ਚੇਂਜਿਸ ਲੈ ਕੇ ਆਉਣਾ ਚਾਹੁੰਦੇ ਆ, ਉਦੋਂ ਜੋਤੀ ਰਾਏ ਫੂਲੇ ਹੋਣੀ ਇੱਕ ਡਾਕੂਮੈਂਟ ਦਿੰਦੇ ਨੇ, ਉਹਨੂੰ ਮੈਮੋਰੈਂਡਮ ਦਿੰਦੇ ਨੇ ਅੰਗਰੇਜ਼ਾਂ ਨੂੰ ਕਿ ਤੁਸੀਂ ਇੱਕ ਕੰਮ ਕਰੋ ਕਿ ਸਟੇਟ ਦੇ ਤੌਰ ਤੇ, ਰਾਜ ਦੇ ਤੌਰ ਤੇ ਪ੍ਰਾਇਮਰੀ ਐਜੂਕੇਸ਼ਨ ਰਾਜ ਦੇਵੇ। ਕਿਉਂਕਿ ਅੰਗਰੇਜ਼ਾਂ ਦੀ ਨੀਤੀ ਇਹ ਸੀ, ਉਹ ਹਰ 20 ਸਾਲ ਬਾਅਦ ਇੱਕ ਜਨਰੇਸ਼ਨ ਬਦਲ ਜਾਂਦੀ ਆ। 1917 ਚ ਆਇਆ ਪਹਿਲਾ ਡਾਕੂਮੈਂਟ, ਫਿਰ 1935 ਚ ਆ ਗਿਆ, ਫਿਰ ਆ ਗਿਆ 54 ਚ ਆ ਗਿਆ, ਫਿਰ ਜੰਗ ਦਾ ਪੀਰੀਅਡ ਆ ਗਿਆ, ਫਿਰ 1882 ਚ ਆ ਗਿਆ, ਫਿਰ 1917 ਚ ਆ ਗਿਆ, ਫਿਰ 1944 ਚ ਆ ਗਿਆ। ਉਹਨਾਂ ਦੀ ਇੱਕ ਪਾਲਿਸੀ ਸੀ ਵੀ 100 ਸਾਲ ਦੀ ਜੇ ਤੁਸੀਂ ਪਲਾਨ ਬਣਾਉਣੀ ਆ ਤਾਂ 20-20 ਸਾਲ ਦੀ ਪਲਾਨ ਬਣਾਓ। ਉਹਦੇ ਨਾਲ ਹੀ ਪੈਰਲਰ ਜਦੋਂ 19ਵੀਂ ਸਦੀ ਦੇਖਦੇ ਹੋ, ਸਾਡੀ ਜਿਹੜੀ ਆਜ਼ਾਦੀ ਦੀ ਲਹਿਰ ਚੱਲਦੀ ਸੀ, ਉਹ ਆਜ਼ਾਦੀ ਦੀ ਲਹਿਰ 'ਚ ਐਜੂਕੇਸ਼ਨ ਬਹੁਤ ਵੱਡਾ ਏਜੰਡਾ ਸੀ। ਹਮੇਸ਼ਾ ਹੀ ਜਿਹੜੇ ਜਿੰਨੇ ਸੀਗੇ, ਈਵਨ ਤੁਸੀਂ 20ਵੀਂ ਸਦੀ ਦੇ ਸ਼ੁਰੂਆਤ ਦੌਰ ਨੂੰ ਦੇਖ ਲਓ, ਗਦਰੀਆਂ ਦੀਆਂ ਜਿੰਨਾ ਲਿਟਰੇਚਰ ਆ, ਦੇਸ਼ ਭਗਤਾਂ ਦਾ ਜਿੰਨਾ ਲਿਟਰੇਚਰ ਆ, ਉਹਦੇ 'ਚ ਐਜੂਕੇਸ਼ਨ ਦਾ ਕੰਪੋਨੈਂਟ ਬਹੁਤ ਮਹੱਤਵਪੂਰਨ ਤੌਰ ਤੇ ਸੀ। ਇੱਥੋਂ ਤੱਕ ਇੱਕ ਵਾਰੀ ਜਦੋਂ 20ਵੀਂ ਸਦੀ ਸ਼ੁਰੂ ਹੁੰਦੀ ਆ, ਗੋਖਲੇ ਜੋ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਉਹ ਛੱਡ ਕੇ ਐਜੂਕੇਸ਼ਨ ਦੇ ਲੱਗ ਜਾਂਦੇ ਆ ਕਿ ਸਾਡੇ ਜੇ ਬੱਚਿਆਂ ਨੂੰ ਐਜੂਕੇਸ਼ਨ ਦਿਆਂਗੇ ਤਾਂ ਸਮਾਜ ਬਦਲੂ। ਤਾਂ 1937 ਦੇ ਵਿੱਚ ਬਾਹਰ ਦਾ 'ਚ ਇੱਕ ਵੱਡੀ ਕਾਨਫਰੰਸ ਹੁੰਦੀ ਹੈ, ਜਿਹਦੇ 'ਚ ਵੱਡੇ ਵੱਡੇ ਬੰਦੇ ਡਾਕਟਰ ਰਾਧਾ ਕ੍ਰਿਸ਼ਨ, ਜ਼ਾਕਿਰ ਹੁਸੈਨ, ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਸਾਰੇ ਕਹਿੰਦੇ ਆ ਕਿ ਜੇ ਅਸੀਂ ਦੇਸ਼ ਨੂੰ ਬਿਲਡ ਕਰਨਾ ਤਾਂ ਸਾਨੂੰ ਪੁਰਾਣਾ ਐਜੂਕੇਸ਼ਨ ਦੀ ਥਾਂ ਤੇ ਆਪਣਾ ਨਵਾਂ ਉਹ ਏਜੰਡਾ ਵੀ ਦੇਣਾ ਪਊ, ਜਿਹਦੇ 'ਚ ਪੈਦਾਵਾਰ ਕਰਨ ਵਾਲੇ, ਕਿਰਤ ਕਰਨ ਵਾਲੇ ਲੋਕਾਂ ਦੇ ਸੈਂਟਰਲ ਪੁਆਇੰਟ ਰੱਖਣੇ ਪੈਣਗੇ। ਦੂਸਰਾ ਰੱਖਣਾ ਪਊਗਾ ਸਾਨੂੰ ਐਜੂਕੇਸ਼ਨ ਦੇ ਸਰਕਾਰੀ ਪੱਧਰ ਤੇ ਕਰਨਾ ਪਊ। ਤੇ ਦੇਸ਼ ਜਦੋਂ ਆਜ਼ਾਦ ਹੁੰਦਾ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦ ਹੋਇਆ ਤਾਂ ਸਮਝੂੰਗਾ ਜੇ ਮੇਰੇ ਦੇਸ਼ ਦੇ ਵਿੱਚ ਜਿਹੜੇ ਇੱਧਰ ਉੱਧਰ ਕੋਈ ਢਾਬਿਆਂ ਤੇ, ਕਾਰਖਾਨਿਆਂ ਤੇ ਛੋਟੇ ਛੋਟੇ ਬੱਚੇ ਘੁੰਮ ਫਿਰ ਰਹੇ ਨੇ, ਉਹ ਸਕੂਲਾਂ 'ਚ ਹੋਣਗੇ ਤਾਂ ਮੇਰਾ ਦੇਸ਼ ਹੋਊ। ਇਸ ਕਰਕੇ ਉਹਨਾਂ ਨੇ ਬਹੁਤ ਜ਼ੋਰ ਨਾਲ ਲੰਬੀ ਬਹਿਸ ਤੋਂ ਬਾਅਦ ਜਿਹੜਾ ਜੋਤੀ ਰਾਏ ਫੂਲੇ ਹੋਣਾ ਨੇ 1882 ਚ ਮੈਮੋਰੈਂਡਮ ਦਿੱਤਾ ਸੀਗਾ ਕਿ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਿੱਤੀ ਜਾਵੇ, ਜਿਹੜਾ 1937 ਦੇ ਵਿੱਚ ਪਾਸ ਹੋਇਆ। ਫਿਰ ਆ ਕੇ ਸੰਵਿਧਾਨ ਦਾ ਹਿੱਸਾ ਬਣਦਾ ਵਾ ਕਿ ਇਹ ਸਰਕਾਰ ਦੀ ਡਿਊਟੀ ਆ, ਸਰਕਾਰਾਂ ਦੀ ਡਿਊਟੀ ਆ ਕਿ 14 ਸਾਲ ਦੀ ਏਜ ਗਰੁੱਪ ਵਾਲੇ ਨੂੰ ਉਹਨੂੰ ਭੋਜਨ, ਹਰ ਕਿਸਮ ਦੀ ਸਹੂਲਤ ਤੇ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਆ। ਇਹਦੀ ਬੁਨਿਆਦ ਆ ਜਿਹਦੇ ਤੌਰ ਤੇ ਸਾਡੇ ਕੋਲੇ ਉਹ ਸਿਲਸਿਲਾ ਇਸ ਦੌਰ ਦਾ, ਜਾਣੀ ਆਜ਼ਾਦੀ ਦੀ ਲਹਿਰ, ਐਜੂਕੇਸ਼ਨ ਤੇ ਸਰਕਾਰ ਦੀ ਡਿਊਟੀ ਕਿ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਇਹ ਬਰੀਫ ਪੁਆਇੰਟਸ ਨੇ। ਉਹ ਤੋਂ ਬਾਅਦ ਦਾ ਜਿਹੜਾ ਇਸ਼ੂ ਚੱਲਦਾ ਵਾ ਕਿ ਜਦੋਂ ਹੀ ਦੇਸ਼ ਆਜ਼ਾਦ ਹੁੰਦਾ ਤਾਂ ਸਭ ਤੋਂ ਵੱਧ ਪਹਿਲਾਂ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ, ਸਾਡੇ ਜਿਹੜੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ, ਉਹਦੇ ਮਨ ਸੀ ਕਿ ਸਾਨੂੰ ਬਹੁਤ ਵੱਡੇ ਹਲੇ ਲੀਡਰਾਂ ਦੀ ਵੱਖ-ਵੱਖ ਖੇਤਰਾਂ 'ਚ ਲੋੜ ਆ। ਉਹ ਵਿਗਿਆਨ ਦੇ ਹੋ ਸਕਦੇ ਆ, ਟੈਕਨੋਲੋਜੀ ਦੇ ਹੋ ਸਕਦੇ ਆ, ਵੱਖ-ਵੱਖ ਖੇਤਰਾਂ 'ਚ। ਇਸ ਕਰਕੇ ਸਾਨੂੰ ਯੂਨੀਵਰਸਿਟੀਆਂ ਖੋਲ੍ਹਣ ਦੀ ਲੋੜ ਆ, ਟੈਕਨੀਕਲ ਸੈਂਟਰ ਖੋਲ੍ਹਣ ਦੀ ਲੋੜ ਆ। ਤਾਂ ਉਸ ਵੇਲੇ ਜਿਹੜਾ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਬਣਾਇਆ ਜਾਂਦਾ, ਉਹ 3 ਵੋਲੀਅਮ ਦੇ ਵਿੱਚ ਆ। ਇੱਕ ਵੋਲੀਅਮ ਤਾਂ ਇਸੇ ਕਿਸਮ ਦਾ ਕਿ 1000 ਤੋਂ ਵੱਧ ਵਿਅਕਤੀਆਂ ਤੋਂ ਰਹਿ ਲਈ ਜਾਂਦੀ, ਉਹ 'ਚ ਸਵਾਲ ਬਣਾ ਕੇ ਪੁੱਛੇ ਜਾਂਦੇ ਕਿ ਯੂਨੀਵਰਸਿਟੀਆਂ ਦੇ ਰੋਲ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੇ ਟੀਚਿੰਗ ਕਰਨੀ ਆ, ਰਿਸਰਚ ਕਰਨੀ ਆ ਤੇ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਆ। ਉਹ ਇੱਕ ਪੱਖ ਆਉਂਦਾ ਤੇ ਦੂਜੇ ਪਾਸੇ ਸੈਕੰਡਰੀ ਐਜੂਕੇਸ਼ਨ ਸਕੂਲ ਸਾਈਡ ਤੇ ਉਸ ਵੇਲੇ ਬਣਨਾ ਸ਼ੁਰੂ ਹੁੰਦਾ ਤੇ ਉਹ ਤੋਂ ਬਾਅਦ ਸੈਕੰਡਰੀ ਸਕੂਲ ਐਜੂਕੇਸ਼ਨ ਦਾ ਪ੍ਰੋਸੈਸ ਸਕੂਲ ਲੈਵਲ ਦਾ ਜਿਹੜਾ ਉਹ ਚੱਲਦਾ। ਤੇ ਨਾਲ ਹੀ ਇੱਕ ਪੁਆਇੰਟ ਮੈਂ ਟੱਚ ਕਰਨਾ ਚਾਹੁੰਦਾ ਕਿ ਉਸ ਵੇਲੇ ਆਜ਼ਾਦੀ ਤੋਂ ਬਾਅਦ ਇਹ ਸੋਚਿਆ ਕਿ ਲਿਖਿਆ ਵੀ ਗਿਆ ਸੀ ਕਿ 10 ਸਾਲਾਂ ਦੇ ਅੰਦਰ ਹੀ 1950 ਤੋਂ 1960 ਦੇ ਵਿੱਚ 14 ਸਾਲ ਦੇ ਹਰ ਬੱਚੇ ਲਈ ਸਕੂਲ ਐਜੂਕੇਸ਼ਨ ਤੇ ਹਰ ਕਿਸਮ ਦੀ ਸਹੂਲਤ ਆ ਜਿਹੜੀ ਉਹ ਦਿੱਤੀ ਜਾਊਗੀ। ਪਰ ਡਾਕਟਰ ਸਾਹਿਬ ਏਦਾਂ ਨਹੀਂ ਮਹਿਸੂਸ ਹੁੰਦਾ ਕਿ ਆਜ਼ਾਦੀ ਤੋਂ ਬਾਅਦ ਸਾਡੇ ਲੀਡਰਸ ਨੇ ਜ਼ਿਆਦਾ ਜ਼ੋਰ
ਯੂਨੀਵਰਸਿਟੀਜ਼ ਐਂਡ ਹਾਇਰ ਐਜੂਕੇਸ਼ਨ ਨੂੰ ਮਜ਼ਬੂਤ ਕਰਨ ਤੇ ਲਾਇਆ। ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ, ਬੇਸਿਕ ਐਜੂਕੇਸ਼ਨ ਆ, ਈਵਨ ਸੀਨੀਅਰ ਸੈਕੰਡਰੀ ਤੱਕ, ਹਾਈ ਸਕੂਲ ਤੱਕ, ਉਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਇਹਦਾ ਦੇਖੋ ਕਾਰਨ, ਜਦੋਂ ਇਹ ਦੇਸ਼ ਪਹਿਲਾਂ, ਕਿਉਂਕਿ ਸਾਡੇ ਲੀਡਰਸ਼ਿਪ ਨੇ ਇਹ ਸੋਚਿਆ ਕਿ ਯੂਨੀਵਰਸਿਟੀਆਂ ਹਾਇਰ ਲੈਵਲ ਤੇ ਚਲਾਉਣੇ, ਗੱਲ ਤੁਹਾਡੀ ਠੀਕ ਆ। ਸੈਕੰਡਰੀ ਐਜੂਕੇਸ਼ਨ ਤੋਂ ਬਾਅਦ ਚ ਇੱਕ ਇਸੇ ਨੂੰ ਸੋਚ ਕੇ ਇੱਕ ਕਮਿਸ਼ਨ ਬਣਾਇਆ ਜਾਂਦਾ ਜਿਹਦਾ ਨਾਂ ਕੋਠਾਰੀ ਕਮਿਸ਼ਨ ਆ। ਉਹ 1964-66 ਦੇ ਵਿੱਚ ਬਣਦਾ, ਜਿਹੜਾ ਸਭ ਤੋਂ ਮਹੱਤਵਪੂਰਨ ਕਮਿਸ਼ਨ ਆ। ਉਸ ਕਮਿਸ਼ਨ ਦੀ 1000 ਪੇਜ ਦੀ ਰਿਪੋਰਟ ਆ। ਉਸ ਦੇ ਵਿੱਚ ਇਹਨਾਂ ਨੇ ਲਗਭਗ ਕਿ ਸਾਰੀ ਐਜੂਕੇਸ਼ਨ ਦਾ ਕਿਵੇਂ ਸਟਰਕਚਰ ਹੋਵੇ, ਕਿਸ ਕਿਸਮ ਨਾਲ ਬਣੇ, ਕੀ ਆ ਉਹਦੇ ਚ ਭਲਾ ਹੀ ਇਹਨਾਂ ਨੇ ਉਹਦੇ ਚ ਟਾਈਟਲ ਵੀ ਉਹਦਾ ਇਹ ਲਿਖਿਆ ਸੀ, ਰੱਖਿਆ ਸੀ, ਐਜੂਕੇਸ਼ਨ ਐਂਡ ਨੈਸ਼ਨਲ ਡਿਵੈਲਪਮੈਂਟ। ਉਹਦੀ ਪਹਿਲੀ ਲਾਈਨ ਆ ਜਿਹੜੀ ਕਮਿਸ਼ਨ ਦੀ, ਭਾਰਤ ਦੀ ਹੋਣੀ ਕਲਾਸਰੂਮਾਂ ਚ ਢਲਦੀ ਹੈ, ਜਿਸ ਕਿਸਮ ਦਾ ਕਲਾਸਰੂਮ ਹੋਏਗਾ ਉਸ ਕਿਸਮ ਦਾ ਭਾਰਤ ਹੋਏਗਾ। ਅੱਗੇ ਗਾਹਾਂ ਲਾਈਨ ਲਿਖੀ, ਜਿੱਦੇ ਕਲਾਸਰੂਮ ਸਾਰੀਆਂ ਗਰੀਬ ਅਮੀਰ ਸਾਰੇ ਜਿਹੜੇ ਨੇ ਇੱਕੋ ਥਾਂ ਤੇ ਪੜ੍ਹਨਗੇ। ਕਹਿਣ ਦਾ ਭਾਵ DC ਤੇ PN ਦਾ ਬੱਚਾ ਇੱਕੋ ਸਕੂਲ ਚ ਪੜ੍ਹਨਗੇ, ਇੱਕੋ ਮੁਹੱਲੇ ਦੇ ਬੱਚੇ ਇੱਕੋ ਥਾਂ ਤੇ ਪੜ੍ਹਨਗੇ, ਤਾਂ ਬਹੁਤ ਵਧੀਆ ਕਿਸਮ ਨਾਲ ਡੈਮੋਕ੍ਰੇਟਿਕ ਸਮਾਜ ਵੀ ਬਣੂ, ਸੁਸਾਇਟੀ ਬਣੀ। ਇੱਥੋਂ ਤੱਕ ਵੀ ਉਹਨਾਂ ਨੇ ਕੋਠਾਰੀ ਕਮਿਸ਼ਨ ਨੇ ਲਿਖਿਆ ਕਿ ਜਿੱਦੇ ਸਕੂਲ ਟੁੱਟ ਗਿਆ ਉਦੇ ਇਹਦਾ ਮਤਲਬ ਸਾਡਾ ਸਮਾਜ ਵੀ ਟੁੱਟ ਜੂ। ਜੇ ਤੁਸੀਂ ਪਹਿਲਾਂ ਕਿਹਾ ਸੀ, ਇਸ ਵੇਲੇ ਟੁੱਟਿਆ ਹੋਇਆ ਸਮਾਜ ਬਣ ਗਿਆ ਸਕੂਲਾਂ ਦੇ ਵੱਖ-ਵੱਖ ਪੱਧਰ ਤੇ ਬਣਨ ਕਰਕੇ। ਉਹਨਾਂ ਨੇ ਕਿਹਾ ਸੀ ਕਿ ਕਾਮਨ ਸਕੂਲ ਸਿਸਟਮ ਦਾ ਭਾਵ ਇਹ ਸੀ ਕਿ ਗਰੀਬ ਦਾ ਬੱਚਾ, ਅਮੀਰ ਦਾ ਬੱਚਾ, ਲੜਕੀ ਸਾਰੇ ਇੱਕੋ ਸਕੂਲ ਚ ਪੜ੍ਹਨਗੇ। ਉਹਦੇ ਨਾਲ ਉਹਨਾਂ ਦਾ ਐਕਸਪੀਰੀਅੰਸ, ਕਲਚਰ, ਇਕੱਠੇ ਰਹਿਣਗੇ, ਇਕੱਠੇ ਸੋਚਣਗੇ, ਇਕੱਠੇ ਖੇਡਣਗੇ। ਇਸ ਕਿਸਮ ਨਾਲ ਸਾਡਾ ਇੱਕ ਸਮਾਜ ਆ ਜਿਹੜਾ ਬਣੂਗਾ ਤੇ ਵਿਕਸਿਤ ਹੋਊਗਾ। ਉਸ ਵੇਲੇ ਲਗਭਗ 9000 ਰਿਟਨ ਰੂਪ ਚ ਆ ਜਿਹੜੇ ਵੱਖ-ਵੱਖ ਪੱਧਰ ਤੇ ਲੋਕਾਂ ਨੇ ਆਪਣੇ ਵਿਚਾਰ ਦਿੱਤੇ, ਉਹਦੀਆਂ ਮੀਟਿੰਗਾਂ, ਡਿਸਕਸ਼ਨਾਂ ਹੋਈਆਂ। 2400 ਮੈਮੋਰੰਡਮ ਦੇ ਤੌਰ ਤੇ ਲੋਕਾਂ ਨੇ ਦਿੱਤਾ ਕਿ ਇਸ ਕਿਸਮ ਦਾ, ਕਿਉਂਕਿ ਹਿੰਦੁਸਤਾਨ ਬਹੁਤ ਵੱਖਰੇ ਕਿਸਮ ਦਾ ਮੁਲਕ ਆ। ਇਹਦੀਆਂ ਹਰ ਚੀਜ਼ ਉਹ ਚਾਹੁੰਦੇ ਸੀ ਵੀ ਕਿਤੇ ਭਾਸ਼ਾ ਨਾਲ ਨਾ ਧੱਕਾ ਹੋ ਜਾਏ, ਕਿਤੇ ਸੱਭਿਆਚਾਰ ਨਾਲ ਨਾ ਧੱਕਾ ਹੋ ਜਾਏ, ਕਿਸੇ ਕੋਈ ਏਰੀਆ ਰਹਿ ਨਾ ਜਾਵੇ, ਕੋਈ ਟਰਾਈਬਲ ਦਾ ਏਰੀਆ ਨਾ ਰਹਿ ਜਾਵੇ, ਕੋਈ ਲੜਕੀਆਂ ਦਾ ਏਰੀਆ ਨਾ ਰਹਿ ਜਾਵੇ। ਇੱਥੋਂ ਤੱਕ ਕਿ ਕਿਸ ਕਿਸਮ ਦੇ ਟੀਚਰ ਸਾਡੇ ਚਾਹੀਦੇ ਆ। ਉਸ ਰਿਪੋਰਟ ਨੂੰ ਐਜੂਕੇਸ਼ਨ ਦੀ ਸਭ ਤੋਂ ਮਹੱਤਵਪੂਰਨ ਅੱਜ ਵੀ ਡਾਕੂਮੈਂਟ, ਬੇਸਲਾਈਨ ਮੰਨਿਆ ਜਾਂਦਾ, ਜਿਹਦੇ ਤਹਿਤ ਲਗਭਗ ਉਹਨਾਂ ਨੇ 21 ਮਹੀਨੇ ਦੇ ਤੇ ਕੰਮਕਾਰ ਕੀਤਾ। ਦੇਸ਼ ਭਰ ਦੇ ਹਰ ਰਾਜ ਨੂੰ, ਹਰ ਸਰਕਾਰ, ਈਵਨ ਵਿਧਾਨ ਸਭਾ ਚ ਡਿਸਕਸ਼ਨਾਂ ਹੋਈਆਂ, ਉਹ ਪਾਰਲੀਮੈਂਟਾਂ 'ਚ ਡਿਸਕਸ਼ਨਾਂ ਹੋਈਆਂ, ਤਾਂ ਉਹ ਡਾਕੂਮੈਂਟ ਪਾਸ ਹੋ ਗਏ। ਉਹਦੇ 'ਚ ਸੀ ਕਿ ਸੈਕੰਡਰੀ ਐਜੂਕੇਸ਼ਨ ਹੁਣ ਅਸੀਂ ਗਾਂ ਕਿਵੇਂ ਖੜੀ ਕਰਨੀ ਆ। ਇਸ ਦਾ ਪ੍ਰੋਸੈਸ ਜਿਹੜਾ ਸਾਡਾ ਸੈਕੰਡਰੀ ਐਜੂਕੇਸ਼ਨ ਦਾ ਪ੍ਰੋਪਰ ਸੋਚ ਕੇ ਕਿ ਸਿੱਖਿਆ ਤੇ ਨੈਸ਼ਨਲ ਡਿਵੈਲਪਮੈਂਟ ਕਿਵੇਂ ਕਰਨੀ ਆ, ਉਹਦੇ ਬੇਸ ਤੇ ਖੜਾ ਕੀਤਾ ਗਿਆ। ਉਹਦੇ 'ਚ ਹੀ ਉਹਦੇ 'ਚ 6% GDP ਦਾ ਖਰਚ ਕਰਨ ਦੀ ਵਿਵਸਥਾ ਉਸੇ ਕਮਿਸ਼ਨ ਨੇ ਦਿੱਤੀ ਸੀ। ਸੇ ਉਸ ਕਮਿਸ਼ਨ ਨੂੰ ਫਿਰ ਆਪਣੇ ਦੇਸ਼ 'ਚ ਚੰਗੀ ਤਰ੍ਹਾਂ ਲਾਗੂ ਕੀਤਾ ਗਿਆ, ਕਿਉਂਕਿ ਨਤੀਜੇ ਤਾਂ ਕੋਈ ਖਾਸ ਦਿਖ ਨਹੀਂ ਰਹੇ ਜੀ। ਦੇਖੋ ਕਾਫੀ ਹੱਦ ਤੱਕ ਲਾਗੂ ਕੀਤਾ ਗਿਆ, ਬਹੁਤ ਲੰਬਾ ਸਮਾਂ ਉਹਦੇ ਤੇ ਕੰਮ ਵਰਕਆਊਟ ਹੋਇਆ। ਹਿੰਦੁਸਤਾਨ ਦੇ ਵਿੱਚ ਜਿਹੜੇ ਉਸ ਪੀਰੀਅਡ ਤੋਂ ਤੁਸੀਂ ਦੇਖੋ 64 ਤੋਂ ਲੈ ਕੇ 70ਵਿਆਂ 72ਵਿਆਂ 74ਵਿਆਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਟੀਚਰਾਂ ਦੀਆਂ ਤਨਖਾਹਾਂ, ਫੈਸਿਲਿਟੀਜ਼, ਸਕੂਲ, ਕੋਈ ਕਿਸੇ ਭਾਸ਼ਾ ਨਾਲ ਵਿਤਕਰਾ ਨਹੀਂ ਹੋਇਆ, ਕੋਈ ਸੱਭਿਆਚਾਰ ਨਾਲ ਵਿਤਕਰਾ, ਕਾਫੀ ਹੱਦ ਤੱਕ ਉਹ ਸਾਰਾ ਚੱਲਦਾ ਰਿਹਾ। ਪਰ ਮੁੜ ਕੇ ਕੀ ਹੋਇਆ 75ਵਿਆਂ 76ਵਿਆਂ ਤੋਂ ਬਾਅਦ ਚ ਹਿੰਦੁਸਤਾਨ ਦੀ ਰਾਜਨੀਤੀ ਚ ਇੱਕ ਗੰਭੀਰ ਸੰਕਟ ਪੈਦਾ ਹੋ ਜਾਂਦਾ। ਉਹ ਸੰਕਟ ਦੇ ਵਿੱਚ ਐਜੂਕੇਸ਼ਨ ਚ ਅਸੀਂ ਉਹਨੂੰ ਬਲੈਕ ਈਅਰ ਇਨ ਐਜੂਕੇਸ਼ਨ ਕਹਿੰਦੇ ਆ। 76 ਤੋਂ ਲੈ ਕੇ 83 ਤੱਕ ਰਹਿੰਦਾ ਕਾਲਾ ਦੌਰ, ਕਿਉਂਕਿ ਉਸ ਕਾਲੇ ਦੌਰ ਦੇ ਵਿੱਚ ਪੰਜਾਬ ਉਹਦਾ ਸਭ ਤੋਂ ਵੱਧ ਵਿਕਟਮ ਬਣ ਜਾ, ਜਦੋਂ ਬਹੁਤ ਵੱਡੇ ਪੱਧਰ ਤੇ ਸਕੂਲ, ਸੰਸਥਾਵਾਂ ਉਹ ਦੇਸ਼ ਭਰ ਦੇ ਵਿੱਚ ਸੀ। ਇਸ ਕਰਕੇ ਐਜੂਕੇਸ਼ਨ ਦਾ ਏਜੰਡਾ ਜਿਹੜਾ ਉਹ ਹੇਠਾਂ ਨੂੰ ਜਾਣਾ ਸ਼ੁਰੂ ਹੋ ਜਾਂਦਾ ਤੇ ਸਰਕਾਰਾਂ ਜਿਹੜਾ ਆਪਦਾ ਬਜਟ ਤੇ ਖਰਚਾ ਉਧਰ ਨੂੰ ਜਾਂਦੀਆਂ ਨਹੀਂ। ਕਦੇ ਸਰਕਾਰ ਬਣ ਜਾਂਦੀ ਹੈ, ਕਦੇ ਟੁੱਟ ਜਾਂਦੀ ਆ। ਉਦੋਂ ਬਾਅਦ ਚ ਆ ਕੇ 1985 ਤੋਂ ਬਾਅਦ 86 ਚ ਫੇਰ ਜਾ ਕੇ ਥੋੜੀ ਜਿਹੀ ਲੀਹ ਤੇ ਗੱਲ ਆਉਂਦੀ ਹੈ, ਨੈਸ਼ਨਲ ਐਜੂਕੇਸ਼ਨ ਪਾਲਿਸੀ ਦੁਬਾਰੇ ਬਣਦੀ ਆ। ਉਹ ਥੋੜੀਆਂ ਡਾਇਰੈਕਸ਼ਨਸ ਆ ਜਿਹੜੀਆਂ ਤੈਅ ਕਰਦੀ ਆ। ਇਸ ਕਰਕੇ ਉਸ ਦੌਰ ਤੇ ਕਿ ਪੰਜਾਬ ਦਾ ਵੀ ਜੇ ਅੱਜ ਦਾ ਕ੍ਰਾਈਸਿਸ ਆ, ਕਿਤੇ ਨਾ ਕਿਤੇ ਉਹਦੀਆਂ ਜੜ੍ਹਾਂ ਉਸ ਪੀਰੀਅਡ ਦੀਆਂ ਪਈਆਂ ਨੇ। ਮੈਂ ਤੁਹਾਡੇ ਨਾਲ ਇੱਕ ਬੜਾ ਜਜ਼ਬਾਤੀ ਕਿਸਮ ਦਾ ਪਹਿਲੂ ਸਾਂਝਾ ਕਰਨਾ ਚਾਹੁੰਦਾ। ਜਿਹੜੇ NCF 2005 ਦੇ ਡਾਇਰੈਕਟਰ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਹੋਣੀ, ਉਹਨਾਂ ਇੱਕ ਗੱਲ ਸਾਂਝੀ ਕੀਤੀ ਕਿ ਇੱਕ ਵਾਰੀ ਸਾਡੇ
ਹਰਨਾਮ ਦਾ ਜੌਹਰ ਸਿੱਖਿਆ ਮੰਤਰੀ NCERT ਦੀ ਮੀਟਿੰਗ 'ਚ ਆ ਗਏ, ਕਹਿੰਦੇ ਭੁੱਬੀ ਉੱਚੀ-ਉੱਚੀ ਰੋਣਾ ਸ਼ੁਰੂ ਕਰਤਾ। ਕਹਿੰਦੇ ਅਸੀਂ ਸਾਰੇ ਹੈਰਾਨ, ਰੋ ਕਾਹਤੋਂ ਰਹੇ? ਉਹ ਕਹਿੰਦੇ ਸਾਡੇ ਤਾਂ 8-9 ਸਾਲ ਹੋ ਗਏ, ਪੇਂਡੂ ਖੇਤਰ ਦਾ ਜਿਹੜਾ ਸਕੂਲ ਆ ਚੱਲ ਹੀ ਨਹੀਂ ਰਿਹਾ। ਸਾਡੇ ਤਾਂ ਹਾਲਾਤ ਇਹੋ ਜਿਹੀ ਬਣੀ ਹੋਈ ਆ, ਉੱਥੇ ਮਿਲਟਰੀ, ਪੈਰਾਮਿਲਟਰੀ, ਪਤਾ ਨਹੀਂ ਕਦੋਂ ਕੋਈ ਸਕੂਲ ਹੋ ਜਾਵੇ, ਬੰਦ ਹੋ ਜਾਵੇ। ਅਸੀਂ ਉਸ ਦੌਰ 'ਚੋਂ ਕਹਿੰਦੇ ਗਾਂਹ ਲੰਘਣਾ ਚਾਹੁੰਦੇ ਹਾਂ, ਉਸ ਸੰਕਟ ਤੋਂ। ਉਹ ਪਰ ਉਹਦਾ ਮਾੜਾ ਅਸਰ ਇਹ ਹੋ ਗਿਆ ਨਾਲ ਹੀ, ਇਹ ਬਹੁਤ ਵੱਡੇ ਪੱਧਰ ਤੇ ਜਿਹੜੇ ਥੋੜੇ ਪੜ੍ਹੇ ਲਿਖੇ ਵਾਲੇ ਸੀ, ਪੈਸੇ ਵਾਲੇ ਸੀ, ਉਹਨਾਂ ਨੇ ਸ਼ਹਿਰੀ ਖੇਤਰ 'ਚ ਆਉਣਾ ਸ਼ੁਰੂ ਕਰਤਾ, ਆਪਣੇ ਬੱਚੇ ਉੱਥੋਂ ਕੱਢਣੇ ਸ਼ੁਰੂ ਕਰਤੇ। ਉਹ ਲੀਹ ਪੰਜਾਬ ਦੀ ਵੱਖਰੇ ਰੂਪ ਵਿੱਚ ਉਹ ਹਿੱਲਣੀ ਸ਼ੁਰੂ ਹੋ ਗਈ। ਇਹ ਤਾਂ ਪੰਜਾਬ ਦਾ ਕੇਸ ਹੈ। ਇੰਡੀਆ ਪੱਧਰ ਤੇ ਕੀ ਹੋਇਆ ਵੀ 86 ਦੀ ਜਦੋਂ ਪਾਲਿਸੀ ਆਉਂਦੀ ਆ, ਉਹ ਤੋਂ ਜ਼ਰੂਰ ਵੱਖ-ਵੱਖ 10+2+3 ਸਿਸਟਮ ਆਉਂਦਾ ਜਦੋਂ, ਉਹ ਕਾਫੀ ਪੁਰਾਣੇ ਸਿਸਟਮ ਦੇ ਵਿੱਚ 11ਵੀਂ ਸੀ, 12ਵੀਂ ਦੋ ਇਕੱਠੇ ਕਰਕੇ ਇਹਦੀਆਂ ਸਟਰੀਮਸ ਬਣਦੀਆਂ ਨੇ। ਉਦੋਂ ਬਾਅਦ ਐਜੂਕੇਸ਼ਨ ਦੇ ਪੱਧਰ ਤੇ ਕਾਫੀ ਹੱਦ ਤੱਕ ਟੋਟਲ ਹਿੰਦੁਸਤਾਨ ਦੇ ਵਿੱਚ ਕਈ ਨਵੀਆਂ ਚੀਜ਼ਾਂ ਦਾਖਲ ਹੁੰਦੀਆਂ ਨੇ। ਫਿਰ ਉਹ ਤੋਂ ਬਾਅਦ ਚ ਆ ਕੇ ਕਦੇ ਵੀ 1986 ਤੋਂ ਬਾਅਦ ਚ ਐਜੂਕੇਸ਼ਨ ਤੇ ਕੋਈ ਬਹਿਸਾਂ ਚੱਲਦੀਆਂ ਨੇ, ਕੋਈ ਪਾਲਿਸੀ ਨਹੀਂ ਆਈ। 2010-12 ਦੇ ਵਿੱਚ ਆ ਕੇ ਫਿਰ ਇੱਕ ਛੋਟੀ ਐਜੂਕੇਸ਼ਨ ਪਾਲਿਸੀ, ਜਿਹਨੂੰ ਜਾ ਕੇ 2016 ਦੇ ਵਿੱਚ ਸੁਬਰਾਮਨੀਅਮ ਕਮੇਟੀ ਦੀ ਰਿਪੋਰਟ ਆਉਂਦੀ ਆ, ਪਰ ਇਹ ਸਰਕਾਰ ਉਹਦੇ ਤੇ ਕੋਈ ਐਕਟ ਨਹੀਂ ਕਰਦੀ, ਕਿਉਂਕਿ ਪੁਰਾਣੇ ਦਾ ਉਹਨੇ ਰਿਵਿਊ ਕੀਤਾ ਸੀ। ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆਉਂਦੀ ਆ, ਇੱਕ ਨਵੇਂ ਕਿਸਮ ਦਾ ਇੱਕ ਨਵਾਂ ਏਜੰਡਾ ਲੈ ਕੇ ਆਉਂਦੀ ਆ। ਇਸ ਕਰਕੇ ਐਜੂਕੇਸ਼ਨ ਦੀ ਜੇ ਹਿਸਟਰੀ ਨੂੰ ਗਾਂ ਬਰੀਕ ਨੁਕਤੇ ਦੇ ਦੇਖੇ ਜਾ ਸਕਦੇ ਨੇ ਕਿ ਕਿੱਥੋਂ ਸੰਕਟ ਕਿਸ ਲੈਵਲ ਤੇ ਆਉਣ ਵਾਲੇ ਸਮੇਂ 'ਚ ਇਸ ਪਾਲਿਸੀ ਨਾਲ ਤਾਂ ਸੰਕਟ ਦੀਆਂ ਕਈ ਪਰਤਾਂ ਦੇਸ਼ ਭਰ 'ਚ ਵੀ ਉੱਠਣੀਆਂ ਸ਼ੁਰੂ ਹੋ ਗਈਆਂ, ਖੁੱਲਣੀਆਂ ਵੀ ਸ਼ੁਰੂ ਹੋ ਗਈਆਂ, ਉਹ ਆਉਣਗੀਆਂ ਵੀ। ਇਹ ਇੱਕ ਵੱਖਰਾ ਸਵਾਲ। ਤੁਸੀਂ ਜੋ ਇਸ਼ਾਰਾ ਕੀਤਾ ਉਹ ਤੁਸੀਂ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ 2020 ਨੂੰ ਵਿੱਚ ਲਿਆ ਹੈ, ਔਰ ਇਹਦੇ ਤੇ ਆਪਾਂ ਇੱਕ ਅਲੱਗ ਐਪੀਸੋਡ ਲੈ ਕੇ ਆਵਾਂਗੇ ਕਿ ਇਹ ਕੀ ਮਨਸ਼ਾ ਹੈਗੀ ਆ ਕੇਂਦਰ ਦੀ। ਪਰ ਮੈਂ ਹੁਣ ਤੁਹਾਨੂੰ ਤੁਸੀਂ ਇੱਕ ਸ਼ਬਦ ਵਰਤਿਆ ਕਿ ਜੋ ਕੋਠਾਰੀ ਕਮਿਸ਼ਨ ਆ ਉਹਨਾਂ ਨੇ ਕਿਹਾ ਕਿ ਜੇ ਸਕੂਲ ਟੁੱਟ ਜਾਣਗੇ ਤਾਂ ਸਮਾਜ ਟੁੱਟ ਜਾਏਗਾ। ਮੈਂ ਤੁਹਾਨੂੰ ਪੰਜਾਬ ਵੱਲ ਲੈ ਕੇ ਆਉਣਾ ਚਾਹੁੰਦੀ ਹਾਂ। ਪੰਜਾਬ ਦੇ ਸਕੂਲ ਕੀ ਟੁੱਟੇ ਹੋਏ ਨੇ? ਕਿਉਂਕਿ ਜਿਹੜਾ ਗਰੀਬ ਵਰਗ ਹੈ ਉਹਨਾਂ ਦਾ ਬੱਚਾ ਹੀ ਸਕੂਲ ਜਾਂਦਾ ਹੈ, ਔਰ ਉਹਨਾਂ ਨੂੰ ਵੀ ਪੁੱਛੀਏ ਕਿ ਕੀ ਬੱਚੇ ਤੁਸੀਂ ਸਕੂਲ ਜਾ ਕੇ ਸਰਕਾਰੀ ਸਕੂਲ 'ਚ ਖੁਸ਼ ਆ? ਉਹ ਕਹਿੰਦੇ ਹਮਾਰੇ ਪਾਸ ਸਿਰਫ ਯਹੀ ਹੈ। ਉਹ ਵੀ ਕਿਤੇ ਨਾ ਕਿਤੇ ਆਪਣੀ ਡੈਸਟੀਨੀ ਸਮਝ ਬੈਠੇ ਆ ਕਿ ਅਸੀਂ ਸਰਕਾਰੀ ਸਕੂਲ 'ਚ ਹੀ ਪੜ੍ਹਨਾ ਹੈ। ਉਹਨਾਂ ਕੋਲ ਸ਼ਾਇਦ ਥੋੜਾ ਪੈਸਾ ਜ਼ਿਆਦਾ ਹੁੰਦਾ ਤਾਂ ਉਹ ਵੀ ਪ੍ਰਾਈਵੇਟ ਐਜੂਕੇਸ਼ਨ ਵੱਲ ਨੂੰ ਮੂਵ ਕਰਦੇ। ਸਾਡੇ ਪੰਜਾਬ ਦੇ ਸਕੂਲਾਂ ਦੀਆਂ ਪ੍ਰੋਬਲਮਸ ਕੀ ਨੇ, ਦਿੱਕਤਾਂ ਕੀ ਨੇ ਸਰ, ਜੇ ਤੁਸੀਂ ਸਾਨੂੰ ਸਮਝਾ ਸਕੋ। ਦੇਖੋ, ਪੰਜਾਬ ਦੇ ਸਕੂਲਾਂ ਦੀਆਂ ਪ੍ਰੋਬਲਮਸ ਜਿਹੜੀਆਂ ਸ਼ੁਰੂ ਤੋਂ ਹੁੰਦੀਆਂ ਨੇ, ਲਗਭਗ ਜਿਹੜਾ ਇੱਕ ਉਹ ਦੌਰ ਸ਼ੁਰੂ ਹੋਇਆ ਪੰਜਾਬ 'ਚ, ਉਹ ਤੋਂ ਬਾਅਦ 'ਚ ਇੱਕ ਖਾਸ ਕਰ ਜਿੰਨਾ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਚੱਲਿਆ, ਫਿਰ ਹੌਲੀ ਹੌਲੀ ਕੀ ਹੋ ਗਿਆ, ਉਹ ਪੱਕੇ ਪੈਰੀਂ ਹੋ ਗਿਆ। ਤੇ ਸਕੂਲ ਜਿਹੜੇ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਕਈ ਕਿਸਮ ਤੇ ਜਿਹੜੇ ਪ੍ਰਾਈਵੇਟ ਸਕੂਲ ਖੋਲਣ ਦੀ ਵਿਵਸਥਾ ਜਾਂ ਉਹਨਾਂ ਨੂੰ ਸਪੋਰਟ ਦੇਣੀ ਸ਼ੁਰੂ ਕਰਤੀ। ਨਾਲ ਹੀ ਗਿਆ ਜਿਹੜੇ CBSE ਦੇ ਸਕੂਲ ਸੀਗੇ, ਉਹ ਹੌਲੀ ਹੌਲੀ ਪੰਜਾਬ 'ਚ ਬਹੁਤ ਜ਼ਿਆਦਾ ਉਸ ਦੌਰ ਤੋਂ ਬਾਅਦ ਪੈਰ ਜਮਾਉਣ ਲੱਗੇ। ਦੋ ਬੋਰਡ ਬਣ ਗਏ, ਇੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਣ ਗਿਆ, ਇੱਕ CBSE ਬਣ ਗਿਆ। ਫਿਰ ਉਹਦੇ ਨਾਲੋਂ ਇੱਕ ਮਾਧਿਅਮ ਦਾ ਮਸਲਾ ਆ ਗਿਆ, ਕਿਉਂਕਿ ਦੁਨੀਆ ਭਰ ਦੀ ਐਜੂਕੇਸ਼ਨ ਦਾ ਫੰਡਾਮੈਂਟਲ ਇਸ਼ੂ ਇਹ ਹੀ ਆ ਕਿ ਜੇ ਤੁਸੀਂ ਅਪ ਟੂ ਪ੍ਰਾਇਮਰੀ, ਮਿਡਲ, ਹਾਈ ਤੱਕ ਆਪਣੀ ਜ਼ੁਬਾਨ 'ਚ ਐਜੂਕੇਸ਼ਨ ਨਹੀਂ ਦਿੰਦੇ ਨੇ, ਤੁਹਾਡੀ ਬੱਚੇ ਦੀ ਕਨੈਕਟੀਵਿਟੀ ਐਜੂਕੇਸ਼ਨ ਤੇ ਸਾਰੇ ਦਾ ਸਾਰਾ ਸਿਲਸਿਲਾ ਨਹੀਂ ਚੱਲਦਾ। ਇਸ ਕਰਕੇ ਹੌਲੀ ਹੌਲੀ ਕੀ ਹੋਇਆ, ਮਿਡਲ ਕਲਾਸ, ਅਪਰ ਕਲਾਸ, ਐਲੀਟ ਸੈਕਸ਼ਨਸ ਉਹ ਇਹਦੇ ਵਿੱਚੋਂ ਬਾਹਰ ਆਉਣੇ ਸ਼ੁਰੂ ਹੋ ਗਏ। ਇਹ ਸੈਕਸ਼ਨ ਹੀ ਸਾਡੇ ਸਭ ਤੋਂ ਪਾਵਰਫੁਲ, ਤਾਕਤਵਰ ਸੈਕਸ਼ਨ ਆ, ਚਾਹੇ ਰਾਜ ਚਲਾਉਣ ਵਾਲਿਆਂ 'ਚ, ਚਾਹੇ ਪੋਲੀਟੀਕਲ ਪਾਰਟੀਆਂ ਦੇ ਤੌਰ ਤੇ ਆ। ਮੁੜ ਕੇ ਹੌਲੀ ਹੌਲੀ ਕੀ ਹੋਇਆ, ਇੱਕ ਦੌਰ ਸੀਗਾ ਕਿ ਜਦੋਂ ਬਹੁਤ ਸਕੂਲਾਂ ਦੀਆਂ ਪੋਸਟਾਂ ਖਾਲੀ ਸੀ, ਉਹ ਖਾਲੀ ਰੱਖਣ ਨਾਲ ਹੌਲੀ ਹੌਲੀ ਚੀਜ਼ ਆ, ਜਦੋਂ ਖਾਲੀ ਰਹਿੰਦੇ ਆ ਮੁੜ ਕੇ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਸਕੂਲਾਂ ਤੋਂ। ਉਹ ਸਕੂਲਾਂ ਦੇ ਵਿੱਚੋਂ ਜਿਹੜੇ ਨੇ ਬੱਚਿਆਂ ਨੂੰ ਹਟਾ ਲੈਂਦੇ ਨੇ। ਜਿਵੇਂ ਖਾਸ ਕਰ ਜਿਵੇਂ ਬਹੁਤ ਕਾਲਜਿਸ ਨੇ ਪੰਜਾਬ ਦੇ, ਲੰਬੇ ਸਮੇਂ ਤੋਂ ਇਹਨਾਂ ਕਾਲਜਾਂ ਦੀਆਂ ਪੋਸਟਾਂ ਖਾਲੀ ਰਹੀਆਂ। ਈਵਨ ਯੂਨੀਵਰਸਿਟੀਆਂ ਦੇ ਬਹੁਤ ਡਿਪਾਰਟਮੈਂਟ ਨੂੰ ਖਾਲੀ, ਹੌਲੀ ਹੌਲੀ ਉੱਥੋਂ ਬੱਚਾ ਜਾਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਸਕੂਲ ਉਸ ਲੈਵਲ ਤੇ ਬਾਹਰ ਉਹਨਾਂ ਚੋਂ ਬੱਚੇ ਜਾਣੇ ਸ਼ੁਰੂ ਹੋ ਗਏ। ਪਰ ਉਹਦੇ ਬਾਵਜੂਦ ਵੀ ਜਿਹੜਾ ਪਿਛਲੇ ਸਮੇਂ 'ਚ ਸਰਕਾਰੀ ਸਕੂਲਾਂ ਦਾ ਇੱਕ ਸਿਸਟਮ, ਇੱਕ ਤੰਤਰ, ਉਹ ਕਿਸ ਪੱਧਰ ਤੇ ਬਣਾਇਆ ਗਿਆ ਜਾਂ ਖੜਾ ਕੀਤਾ ਗਿਆ, ਇਸ ਕਰਕੇ ਜਦੋਂ ਇੱਕ ਬਹਿਸ ਪ੍ਰਾਈਵੇਟ ਤੇ ਗੌਰਮੈਂਟ ਸਕੂਲ ਵਾਲੀ ਇਹ ਤੁਰ ਪਈ ਆ, ਫੰਡਾਮੈਂਟਲ ਕੁਐਸਚਨ ਸਾਡੇ ਲਈ ਇਹ ਆ, ਜੇ ਕਾਮਨ ਸਕੂਲ ਸਿਸਟਮ ਆ ਇੱਕ ਪਿੰਡ ਦੇ ਵਿੱਚ,
ਸਰਪੰਚ ਦਾ ਬੱਚਾ, ਇੱਕ ਸਕੂਲ ਟੀਚਰ ਦਾ ਬੱਚਾ, ਇੱਕ ਉੱਥੋਂ ਦੇ ਮੁਲਾਜ਼ਮ ਦਾ, ਸਾਰੇ ਕੋਲੈਕਟਿਵਲੀ ਉਹ ਸਕੂਲ ਦਾ, ਜਿਹਨੂੰ ਕਿਹਾ ਜਾਂਦਾ ਸੀ ਇੱਕ ਵਾਰੀ ਡਾਕਟਰ SS ਜੌਲ, ਡਾਕਟਰ TR ਸ਼ਰਮਾ, ਪ੍ਰੋਫੈਸਰ ਪ੍ਰੀਤਮ ਸਿੰਘ, ਕਿੰਨੇ ਲੋਕਾਂ ਨੇ, ਗੁਰਦਿਆਲ ਸਿੰਘ, ਇਸ ਗੱਲ ਤੇ ਡਿਸਕਸ਼ਨ ਕੀਤੀ ਕਿ ਅਸੀਂ ਜਿਹੜੇ ਏਰੀਏ 'ਚ ਬੱਚਾ ਰਹਿ ਰਿਹਾ, ਪੜ੍ਹ ਰਿਹਾ, ਉਹਦੇ 'ਚ ਸਕੂਲ ਦੀ ਵਿਵਸਥਾ ਉਹਦੇ 'ਚ ਹੋਵੇ, ਉਹਨੂੰ ਪੜ੍ਹਾਇਆ ਜਾਏ, ਜਿਹਨੂੰ ਕਾਮਨ ਸਕੂਲ ਸਿਸਟਮ ਕਹਿੰਦੇ ਆ। ਇਹ ਇੱਕ ਵੱਖਰਾ ਇਸ਼ੂ ਆ, ਬਹੁਤ ਡਿਟੇਲ 'ਚ ਗੱਲ ਕਰਨ ਵਾਲਾ, ਕਿ ਮਿਡਲ ਕਲਾਸ ਨੇ ਜਦੋਂ ਬੱਚੇ ਦੂਜੀ ਜ਼ੁਬਾਨ ਦੇ ਵਿੱਚ ਲਿਆਂਦੇ, ਹੁਣ ਗਲੀ ਮੁਹੱਲੇ ਦੇ ਵਿੱਚ ਜਦੋਂ ਬੱਚਿਆਂ ਨੂੰ ਅਲੱਗ-ਅਲੱਗ ਸਕੂਲਾਂ ਦੇ ਵਿੱਚ ਪਾਤਾ, ਉਹਦਾ ਸੰਕਟ ਆਪਣੇ ਤੌਰ ਤੇ ਹੋਰ ਆ। ਸਰਕਾਰੀ ਸਕੂਲਾਂ 'ਚ ਜਿਹੜੇ ਬੱਚੇ ਆ 90% ਆ, ਉਹ ਗਰੀਬ ਪਰਿਵਾਰਾਂ ਦੇ ਬੱਚੇ ਰਹਿ ਗਏ ਨੇ, ਖਾਸ ਕਰ ਪ੍ਰਾਇਮਰੀ ਸਕੂਲ 'ਚ ਬਹੁਤ ਆ, ਮਿਡਲ ਤੇ ਹਾਈ 'ਚ ਫਿਰ ਵਾਪਸ ਪਰਤੇ ਆਉਂਦੇ ਆ। ਇਸ ਵੇਲੇ ਪੰਜਾਬ ਦਾ, ਜਿਹਨੂੰ ਮੈਂ ਕਹਿ ਰਿਹਾ ਵੀ ਇਕਨੋਮਿਕਲੀ, ਈਵਨ ਕਾਸਟ ਦੇ ਤੌਰ ਤੇ, ਈਵਨ ਆਰਥਿਕ ਤੌਰ ਤੇ ਪਛੜੇਪਣ ਦੇ ਤੌਰ ਤੇ, ਇਹ ਸਕੂਲਾਂ ਦੀ ਡਿਵੀਜ਼ਨ ਆ। ਇਹ ਵੱਖਰਾ ਇਸ਼ੂ, ਡਿਟੇਲਸ ਗੱਲ ਕਰਨ ਵਾਲਾ, ਕਿ ਇਹਨੇ ਗਾਹਾਂ ਦੀ ਗਾਹਾਂ ਇੱਕ ਸਮਾਜ 'ਚ ਸੰਕਟ ਕਿਵੇਂ ਪੈਦਾ ਕਰਤੇ। ਜਿਹੜਾ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਵੱਖ-ਵੱਖ ਲੈਵਲ ਦੇ ਜੋ ਸਾਡੇ ਸਾਂਝੇ ਹੀ ਨਹੀਂ, ਸਾਂਝੇ ਐਕਸਪੀਰੀਅੰਸਿਸ ਹੀ ਨਹੀਂ ਤੈਅ ਹੋਣੇ, ਅਸੀਂ ਪਿੰਡ ਨੂੰ ਪਿੰਡ ਦੇ ਨਾਲ, ਸਕੂਲ ਨਾਲ ਬੱਚਾ ਹੀ ਨਹੀਂ ਜੋੜ ਰਹੇ ਆ। ਇਹਦੇ 'ਚ ਡਾਕਟਰ ਜ਼ਾਕਿਰ ਹੁਸੈਨ, ਮਹਾਤਮਾ ਗਾਂਧੀ, ਜੋਤੀ ਰਾਏ ਫੂਲੇ, ਕੋਠਾਰੀ, ਇਹ ਸਾਰੇ ਕਹਿ ਰਹੇ ਸੀ ਕਿ ਜਿਹੜੇ ਕੌਮ ਪਿੰਡ ਦਾ ਸਕੂਲ ਆ, ਜੇ ਬੱਚੇ ਨੂੰ ਲੱਗਦਾ ਹੀ ਨਹੀਂ ਕਿ ਮੈਂ ਇਸ ਸਮਾਜ ਲਈ, ਇਸ ਸੁਸਾਇਟੀ ਲਈ, ਅਸੀਂ ਪੰਜਾਬ ਲਈ ਤਾਂ ਬੱਚਾ ਹੀ ਨਹੀਂ ਪੈਦਾ ਕਰ ਰਹੇ। ਪੰਜਾਬ ਦੇ ਐਜੂਕੇਸ਼ਨ ਦੇ ਲੈਵਲ ਤੇ ਉਹਦੀ ਲਾਈਫ ਲਾਈਨਾਂ ਨਹੀਂ ਜੋੜ ਰਹੇ। ਐਜੂਕੇਸ਼ਨ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਜਿਹੜੇ ਏਰੀਏ 'ਚ ਰਹਿ ਰਹੇ ਆ, ਉਹਦੇ 'ਚ ਉਹਦੀਆਂ ਬਹੁਤ ਲਰਨਿੰਗ ਚੀਜ਼ਾਂ ਵਿਕਸਿਤ ਹੁੰਦੀਆਂ। ਜੇ ਉਹਦੀ ਤੁਸੀਂ ਐਲੀਨੇਟ ਕਰ ਲਓਗੇ, ਦੂਜੀ ਜ਼ੁਬਾਨ ਦੇ ਵਿੱਚ ਆ ਜਾਓਗੇ, ਹੌਲੀ ਹੌਲੀ ਉਹਦੀ ਕਨੈਕਟੀਵਿਟੀ ਟੁੱਟਣੀ ਸ਼ੁਰੂ ਹੋ ਜੂ। ਇਹ ਇੱਕ ਵੱਖਰੇ ਰੂਪ ਦਾ ਸੰਕਟ ਆ ਕਿ ਕਿਸ ਰੂਪ 'ਚ ਸਾਡੇ ਪੰਜਾਬ 'ਚ ਇਹਦੀ ਰਿਫਲੈਕਸ਼ਨਸ ਦਿਖਾਈ ਦਿੰਦਾ। ਉਹਦੀਆਂ ਰੂਟਸ ਆ ਜਿਹੜੀਆਂ ਸਕੂਲ ਨਾਲ ਜੁੜੀਆਂ ਹੋਈਆਂ। ਜੀ ਡਾਕਟਰ ਸਾਹਿਬ, ਕੀ ਆਪਣੇ ਸਕੂਲ ਜਿਹੜੇ ਨੇ ਸਰਕਾਰੀ ਸਕੂਲ, ਉਹ ਹੋਲਿਸਟਿਕ ਡਿਵੈਲਪਮੈਂਟ ਬੱਚੇ ਦੀ ਹਰ ਪਾਸੇ ਤੋਂ ਉਹਦਾ ਵਿਕਾਸ ਜਿਹੜਾ ਹੈ ਉਹ ਕਰ ਪਾ ਰਹੇ ਨੇ? ਕੀ ਆਪਣੇ ਸਕੂਲਾਂ 'ਚ ਲਾਇਬ੍ਰੇਰੀਆਂ ਹੈਗੀਆਂ ਨੇ? ਕੀ ਬੱਚਿਆਂ ਨੂੰ ਡਿਬੇਟਸ, ਡਿਸਕਸ਼ਨਸ ਐਂਡ ਸਰਬਪੱਖੀ ਵਿਕਾਸ ਦੇ ਲਈ ਹੋਰ ਜਿਹੜੀਆਂ ਐਕਟੀਵਿਟੀਜ਼ ਨੇ ਐਕਸਟਰਾ ਕਰਿਕੂਲਰ, ਉਹਨਾਂ ਦੇ ਵਿੱਚ ਬਰਾਬਰ ਤੇ ਭਾਗੀਦਾਰ ਬਣਾਇਆ ਜਾਂਦਾ ਹੈ ਜੀ? ਦੇਖੋ, ਕਾਰਨ ਇਹ ਆ ਕਿ ਪਹਿਲਾਂ ਨਾ ਇੱਕ ਇਹਦੇ ਨਾਲ, ਇਹ ਤਾਂ ਕਾਫੀ ਹੱਦ ਤੱਕ ਇਹਦੀ ਪਾਰਟਿਸਿਪੇਟ ਕਰਦੇ ਰਹਿੰਦੇ ਨੇ ਬੱਚੇ, ਪਰ ਦੂਸਰਾ ਇਹ ਆ ਕਿ ਪੰਜਾਬ ਦੇ ਸਕੂਲਾਂ ਦੀ ਨਾ ਕਦੇ ਪ੍ਰੋਪਰ ਮੈਪਿੰਗ ਨਹੀਂ ਹੋਈ ਕਿ ਕਿਹੜੇ ਏਰੀਏ 'ਚ ਕਿੱਥੇ ਕਿੱਥੇ ਕਿਵੇਂ ਕਿਵੇਂ ਸਕੂਲ ਹੈ। ਇੱਕ ਵੱਖਰਾ ਇਸ਼ੂ ਆ ਕਿ ਪੰਜਾਬ 'ਚ ਇੱਕ ਵਾਰੀ ਕੀ ਹੋਇਆ ਕਿ ਇਲੈਕਸ਼ਨਾਂ ਹੋਣੀਆਂ ਸੀ, ਅਕਾਲੀ ਸਰਕਾਰ ਸੀ, ਇੱਕ ਦਿਨ ਪਹਿਲਾਂ ਹੀ ਇੱਕ ਬਲਾਕ 'ਚ 12 ਸਕੂਲ ਆ ਜਿਹੜੇ 4 ਪ੍ਰਾਇਮਰੀ ਤੋਂ ਮਿਡਲ ਕਰਤੇ, ਇੱਕ ਮਿਡਲ ਤੋਂ ਹਾਈ ਕਰਤਾ, ਇੱਕ ਹਾਈ ਤੋਂ ਸੈਕੰਡਰੀ ਕਰਤਾ। ਇੰਨੇ ਸਕੈਟਰਡ ਵੇ ਨਾਲ ਸਕੂਲ ਸਿਆਸਤ ਦੇ ਬੈਨੀਫਿਟ ਕਰ, ਕਿਉਂਕਿ ਸਕੂਲ ਬਹੁਤ ਇੰਪੋਰਟੈਂਟ ਚੀਜ਼ ਆ ਪੋਲੀਟਿਕਸ ਦੇ ਐਂਗਲ ਤੋਂ। ਇਸ ਕਰਕੇ ਬਹੁਤ ਸਕੂਲ ਕਾਲਜ, ਜਿਵੇਂ ਹੁਣ 117 ਵਾਲਾ ਮਸਲਾ ਸਕੂਲ ਦਾ, ਸਕੂਲ ਆਫ ਐਮੀਨੈਂਸ, ਇਹ ਵੀ ਇੱਕ ਪੋਲੀਟਿਕਸ ਦੇ ਨਾਲ ਜੁੜਿਆ। ਇੱਕ ਮੈਰੀਟੋਰੀਅਸ ਵਾਲਾ ਵੀ, ਉਹ ਵੀ ਜੁੜਿਆ। ਦੂਸਰਾ ਜਿਹੜਾ ਸਵਾਲ ਤੁਹਾਡੇ ਵਾਲਾ ਵਾ, ਉਹ ਇਹ ਆ ਕਿ ਜਿਹੜੀ ਫਰੀडम ਆ, ਆਜ਼ਾਦੀ, ਬਹੁਤ ਬੱਚੇ ਡਿਵੈਲਪ ਹੁੰਦੇ ਰਹੇ ਨੇ ਸਕੂਲਾਂ 'ਚ, ਕਿਉਂਕਿ ਟੀਚਰ, ਹੈਡਮਾਸਟਰ ਕੋਲੇ ਬੜੀ ਵੱਡੀ ਫਰੀडम ਸੀ। ਸਟੇਟ ਕਾਲਜ ਦਾ ਜਿਹੜਾ ਪਹਿਲਾ ਪ੍ਰਿੰਸੀਪਲ ਆਇਆ ਸੀ, ਪ੍ਰਤਾਪ ਸਿੰਘ ਕੈਰੋਂ ਹੋਣੀ ਲੈ ਕੇ ਆਏ ਸੀ ਉਹਨੂੰ, ਜਸਵੰਤ ਸਿੰਘ, ਅਮਰੀਕਾ ਦੀ ਮੈਸੀਗਨ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀ। ਉਹਨੇ ਕਿਤਾਬ ਲਿਖੀ ਸੀ ਹਾਊ ਟੂ ਏ ਗੁੱਡ ਹੈਡਮਾਸਟਰ, ਵੀ ਹੈਡਮਾਸਟਰ ਨੂੰ ਫਰੀडम ਦੇਣੀ ਚਾਹੀਦੀ ਆ, ਆਜ਼ਾਦ ਰੂਪ 'ਚ ਆਪਣੇ ਏਰੀਏ 'ਚ, ਸਕੂਲ 'ਚ ਕਿਹੜੀ ਕਲਚਰ ਦੇ, ਕਿਹੜੇ ਲੈਵਲ ਦੇ ਬੱਚੇ ਨੇ, ਕਿਹੜਾ ਸਿੰਗਿੰਗ ਆ, ਕਿਹੜੇ ਗਾਇਕ ਆ, ਕਿਸ ਕਿਸਮ ਦਾ, ਉਹਦੀ ਹੌਲੀ ਹੌਲੀ ਉਹ ਹੋਵੇ। ਪਿਛਲੇ ਮੈਨੂੰ ਯਾਦ ਆ ਕਿ 1 ਸਾਲ ਤਾਂ ਇੰਨੇ ਸਾਡੇ ਬੱਚਿਆਂ ਦੇ ਐਗਜ਼ਾਮਸ ਲੈ ਗਏ, ਉਹਨਾਂ ਨੂੰ ਫਰੀਡਲੀ, ਉਹਦਾ ਜਿਹੜਾ ਇੱਕ ਸਿਸਟਮ ਬਣਾਉਣ ਵਾਲਾ। ਕੁਝ ਸਾਲ ਪਹਿਲਾਂ ਇਹ ਆ ਕਿ ਜਿਹੜੇ ਟੀਚਰ ਸੀ ਉਹੀ ਪੇਪਰ ਤਿਆਰ ਕਰਦੇ, ਕਦੋਂ ਲੈਣੇ ਆ, ਕਿਸ ਹਿਸਾਬ ਨਾਲ ਲੈਣੇ ਆ। ਇਸ ਕਰਕੇ ਸਕੂਲਾਂ ਦਾ ਜਿਹੜਾ ਸਿਸਟਮ ਆ, ਉਹ ਇੱਕ ਰੂਪ 'ਚ ਹਿੱਲਿਆ ਹੋਇਆ ਕਹਿ ਸਕਦੇ ਆ, ਜਾਂ ਉਹਦੇ ਅੰਦਰ ਉਸ ਲੈਵਲ ਦੀ ਆਜ਼ਾਦੀ ਨਹੀਂ। ਪਰ ਦੂਸਰਾ ਇਹ ਵੀ ਹੈ ਨਹੀਂ, ਬਹੁਤ ਟੀਚਰਸ ਨੇ ਜਿਹੜੇ ਪਿਛਲੇ ਦੌਰ 'ਚ ਆਏ ਨੇ, ਬੜੇ ਬ੍ਰਿਲੀਅੰਟ ਟੀਚਰ, ਕਿਉਂਕਿ ਟੈਸਟਾਂ 'ਚੋਂ ਲੰਘ ਕੇ ਆਉਂਦੇ ਨੇ, ਉਹ ਕਾਫੀ ਹੱਦ ਤੱਕ ਵਰਕ ਵੀ ਕਰਦੇ ਨੇ। ਪਰ ਜਿਸ ਪੱਧਰ ਤੇ ਇਹਦੇ ਤੇ ਹੋਰ ਗੱਲਬਾਤ ਕਰਨ ਦੀ ਲੋੜ ਆ ਕਿ ਕੀ ਕਾਰਨ ਆ ਕਿ ਜਿਹੜੀ ਹੋਲਿਸਟਿਕ ਐਜੂਕੇਸ਼ਨ ਦਾ ਲਰਨਿੰਗ ਦਾ ਪ੍ਰੋਸੈਸ ਆ, ਉਹ ਲਰਨਿੰਗ ਆਊਟਕਮ ਜਾਂ ਲਰਨਿੰਗ ਦੇ ਕ੍ਰਾਈਸਿਸ ਨਾਲ ਕਿਵੇਂ ਜੁੜਿਆ ਹੋਇਆ, ਇਹ ਇੱਕ ਡੀਪ ਪਹਿਲੂ ਤੇ ਦੇਖਣ ਦੀ, ਵਿਚਾਰਨ ਦੀ ਲੋੜ ਆ ਵੀ ਇਹਦੇ ਰੀਜ਼ਨਸ ਹੋਰ ਕੀ ਕੀ। ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ
ਇਹ ਜਿਹੜਾ ਐਜੂਕੇਸ਼ਨ ਦਾ ਕ੍ਰਾਈਸਿਸ ਆ ਉਹ ਐਡਾ ਕੁ ਵੱਡਾ ਹੈ ਕਿ ਉਹਦੇ ਅਲੱਗ-ਅਲੱਗ ਬਹਿਸ ਉਹਦੇ ਤੇ ਹੋਣੀ ਚਾਹੀਦੀ ਹੈ। ਅਲੱਗ-ਅਲੱਗ ਐਪੀਸੋਡਸ ਦੇ ਵਿੱਚ ਆਪਾਂ ਉਹਨਾਂ ਨੂੰ ਲੈ ਕੇ ਆਵਾਂਗੇ। ਜਿਵੇਂ ਕਿ ਤੁਸੀਂ ਗੱਲ ਕੀਤੀ ਮੈਪਿੰਗ ਦੀ, ਕਿ ਮੈਪਿੰਗ ਹੀ ਸਹੀ ਨਹੀਂ ਆ, ਇੱਕ ਸਿਸਟਮ ਹੀ ਨਹੀਂ ਬਣਾਇਆ ਆਪਾਂ ਵੀ ਇੱਕ ਬੱਚਾ ਇਸ ਏਰੀਏ ਦੇ ਇੰਨੇ ਕਿਲੋਮੀਟਰ ਦਾਇਰੇ ਦੇ ਬੱਚੇ ਇਸੇ ਹੀ ਸਕੂਲ ਦੇ ਵਿੱਚ ਜਾਣਗੇ। ਤੁਸੀਂ ਗੱਲ ਬਹੁਤ ਵਧੀਆ ਛੇੜੀ ਸੀਗੀ, ਜਿਹੜੀ ਤੁਸੀਂ ਛੱਡ ਗਿਆ, ਚੰਗੀ ਤਰ੍ਹਾਂ ਪੂਰੀ ਨਹੀਂ ਕੀਤੀ। ਪੋਲਿਟਿਕਸ ਐਂਡ ਸਕੂਲਾਂ ਦੀ ਐਜੂਕੇਸ਼ਨ ਜਾਂ ਸਕੂਲਸ, ਕਿ ਸਕੂਲ ਵੀ ਜਿਹੜੇ ਨੇ ਉਹ ਪੋਲੀਟੀਸ਼ੀਅਨਸ ਦੇ ਕਹਿਣ ਦੇ ਉੱਤੇ ਹੀ ਆਪਣੇ ਹਿਸਾਬ ਦੇ ਨਾਲ ਕਰ ਲਏ ਜਾਂਦੇ ਨੇ। ਤੁਸੀਂ ਬਾਦਲ ਸਾਹਿਬ ਦੇ ਵੇਲੇ ਦਾ ਜ਼ਿਕਰ ਕੀਤਾ ਸੀ, ਥੋੜਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਕਿਵੇਂ ਰਾਜਨੀਤੀ ਨੇ ਪ੍ਰਭਾਵਿਤ ਕੀਤਾ ਸਕੂਲਾਂ ਨੂੰ। ਦੇਖੋ ਸਕੂਲਾਂ, ਕਿਉਂਕਿ ਇਹ ਬਹੁਤ ਵੱਡਾ ਇੱਕ ਇਹਦੇ ਚ ਟੀਚਰ ਬਹੁਤ ਹੁੰਦੇ ਨੇ, ਹਰ ਪਿੰਡ ਤੇ ਇੰਪੈਕਟ ਫੈਕਟਰ ਹੁੰਦਾ। ਇਹ ਸਭ ਤੋਂ ਵੱਡਾ ਹਿੰਦੁਸਤਾਨ ਪੱਧਰ ਤੇ ਸਕੂਲਾਂ ਦਾ ਤਾਣਾ ਬਾਣਾ ਬੇਹੱਦ ਵੱਡਾ ਤਾਣਾ ਬਾਣਾ, ਪੰਜਾਬ 'ਚ ਵੀ ਬਹੁਤ ਵੱਡਾ ਤਾਣਾ ਬਾਣਾ। ਇਸ ਕਰਕੇ ਇਹਦੇ 'ਚ ਲਗਾਤਾਰ ਇਹਦੇ ਅਸਰ ਅੰਦਾਜ਼ ਕਰਦੀਆਂ ਰਹਿੰਦੀਆਂ, ਕਿਉਂਕਿ ਜਿੰਨਾ ਪੋਲੀਟਿਕਸ ਦੇ ਪੱਧਰ ਤੇ ਈਵਨ ਕੀ ਆ, ਜੇ ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਦੇਖਣਾ ਹੋਵੇ, ਹਰ ਹਮੇਸ਼ਾ ਹੀ ਇੱਕ ਵਾਰੀ ਕੀ ਹੈ, ਅਕਾਲੀ ਸਰਕਾਰ ਵੇਲੇ ਜਥੇਦਾਰ ਤੋਤਾ ਸਿੰਘ ਉਹਨਾਂ ਨੇ ਪਹਿਲੀ ਚੋਂ ਅੰਗਰੇਜ਼ੀ ਲਾਗੂ ਕਰਨ ਦਾ ਕਹਿਤਾ ਕਿ ਇਹਦੇ ਨਾਲ ਚੇਂਜ ਆ ਜਾਊਗੀ। ਤੇ ਦਿਲਚਸਪ ਗੱਲ ਆ ਕਿ ਉਹ ਵੀ ਸ਼ੁਰੂ ਅੰਗਰੇਜ਼ੀ ਜਿਹੜੀ ਉਹ ਪਿੰਡ ਤੋਂ ਸ਼ੁਰੂ ਕੀਤੀ ਗਈ। ਚੂੜਚੱਕ ਪਿੰਡ ਆ, ਸਰਦਾਰ ਲਛਮਣ ਸਿੰਘ ਮੁੱਖ ਮੰਤਰੀ ਦਾ, ਉਸ ਵੇਲੇ ਮੈਂ ਇੱਕ ਲੇਖ ਮਜ਼ਮੂਨ ਲਿਖਿਆ ਸੀ, ਚੂੜਚੱਕ ਤੋਂ ਇੰਗਲੈਂਡ ਤੱਕ, ਵੀ ਅਸੀਂ ਹੁਣ ਚੂੜਚੱਕ ਜੀ ਨੇ ਸਭ ਤੋਂ ਵੱਧ, ਲਛਮਣ ਸਿੰਘ ਉਹਨਾਂ ਨੇ ਪੰਜਾਬੀ ਭਾਸ਼ਾ ਜ਼ੁਬਾਨ ਸਾਰੇ ਕੁਝ ਲਈ ਉਹਨਾਂ ਲਈ ਕੰਮ ਕੀਤਾ ਸੀ, ਤੇ ਉਹਦੇ ਪਿੰਡ ਤੋਂ ਹੀ ਅੰਗਰੇਜ਼ੀ ਸ਼ੁਰੂ ਕੀਤੀ ਜਾ ਰਹੀ ਹੈ। ਕਿਸੇ ਐਜੂਕੇਸ਼ਨਿਸਟ ਤੋਂ ਨਹੀਂ ਪੁੱਛਿਆ ਜਾਂਦਾ ਜਦੋਂ ਪਾਲਿਸੀ ਫਰੇਮ ਕੀਤੀ ਜਾਂਦੀ ਹੈ। ਪੰਜਾਬ 'ਚ ਤਾਂ ਘੱਟੋ ਘੱਟ ਇਸ ਕਿਸਮ ਦਾ ਕੋਈ ਤਜਰਬਾ ਹੈ ਨਹੀਂ, ਲੋਕ ਗੱਲ ਕਰਦੇ ਰਹਿੰਦੇ ਨੇ, ਪਰ ਇੱਕ ਲੰਬੀ ਡਿਸਕਸ਼ਨ। ਐਕੀ ਤਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਉਦੋਂ ਵੱਡਾ ਕੰਮ ਕਰਤਾ ਕਿ ਸਟੇਟਾਂ ਨੂੰ ਹੀ ਨਹੀਂ ਪੁੱਛਿਆ, ਕਿਸੇ ਰਾਜ ਨੂੰ ਨਹੀਂ ਪੁੱਛਿਆ। ਪਹਿਲੀਆਂ ਪਾਲਿਸੀਆਂ 'ਚ ਘੱਟੋ ਘੱਟ ਇਹ ਬਹਿਸ ਚੱਲਦੀ ਰਹਿੰਦੀ ਸੀ। ਹੁਣ ਜਿਹੜਾ ਇਹ, ਕਿਉਂਕਿ ਪੋਲੀਟਿਕਸ ਦਾ ਏਡਾ ਵੱਡਾ, ਕਿਉਂਕਿ ਉਦੋਂ ਭਾਸ਼ਾ ਪਹਿਲੀ ਤੋਂ ਸ਼ੁਰੂ ਕਰਨ ਦਾ ਉਹਨਾਂ ਨੇ ਅੰਗਰੇਜ਼ੀ 'ਚ ਕਰਤਾ, ਉਹ ਤੋਂ ਪਹਿਲਾਂ ਉਸੇ ਵੇਲੇ ਕਿ ਰਾਤੋਂ ਰਾਤ ਇੰਨੇ ਸਕੂਲ 1200 ਤੋਂ ਵੱਧ ਅਪਗ੍ਰੇਡ ਕਰਤੇ ਵੀ। ਹਲੇ ਅਸੀਂ ਜਦੋਂ ਸਕੂਲ ਬਣਦੇ ਨੇ, ਕੋਠਾਰੀ ਕਮਿਸ਼ਨ ਨੇ 20 ਸਾਲ ਦੀ ਪਲਾਨ ਦਿੱਤੀ ਸੀ ਕਿ ਹਮੇਸ਼ਾ ਉਹਨੂੰ ਰਿਵਿਊ ਕਰਨਾ, ਪਰ ਕਿਹੜੇ ਸਕੂਲ ਕਦੋਂ ਖੋਲਣਾ, ਇਹ ਪਲਾਨ ਹੁੰਦੀ ਹੈ ਪ੍ਰੋਪਰ, ਕਿੰਨੇ ਫੰਡ ਹੋਣਗੇ, ਕਿੰਨਾ ਪੈਸਾ ਹੋਊ, ਕਿਸ ਲੈਵਲ ਤੇ ਬਿਹਤ ਹੋਊਗਾ, ਉਹ ਤੋਂ ਬਿਨਾਂ ਹੀ ਕਰਦੇ ਆ। ਜਿੱਥੇ ਜਿਹੜੇ ਸਾਡੇ ਪਾਵਰਫੁਲ ਬੰਦੇ ਹੁੰਦੇ ਨੇ, ਚਾਹੇ MLA ਹੋਣ, ਮੰਤਰੀ ਹੋਣ, ਇਲਾਕੇ ਦੇ ਲੀਡਰ ਹੋਣ, ਉਹ ਆਪਣੇ ਢੰਗ ਨੇ। ਇਸ ਕਰਕੇ ਇਸ ਵੇਲੇ ਸਕੂਲਾਂ ਦੀ ਕੋਈ ਵੀ ਮੈਪਿੰਗ ਨਹੀਂ ਕੀਤੀ ਗਈ। ਇਹ ਜ਼ਰੂਰ ਆ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਨੇ ਪ੍ਰਾਇਮਰੀ ਟੂ ਐਲੀਮੈਂਟਰੀ ਤੱਕ ਕਿਹਾ ਸੀਗਾ ਵੀ ਨੇੜੇ ਦੇ ਏਰੀਏ 'ਚ ਹੀ ਬੱਚਾ ਜਾਵੇ, ਤਾਂ ਕਿ ਜਿਹੜੀ ਸਾਡੇ ਬੱਚਿਆਂ ਦਾ ਡ੍ਰੌਪ ਆਊਟ ਆ, ਸਕੂਲ ਨਾ ਜਾਣ ਦਾ, ਉਹ ਘਟ ਸਕੇ। ਉਹ ਵਿਵਸਥਾ ਉਸ ਲੈਵਲ ਤੇ, ਜੇ ਸੈਕੰਡਰੀ ਸਕੂਲ ਖੋਲਣੇ ਆ, ਹਾਈ ਖੋਲਣੇ ਆ, ਉਹਨੂੰ ਕਿਸ ਲੈਵਲ ਤੇ, ਇਹ ਇਸ ਵੇਲੇ ਵੀ ਪੰਜਾਬ 'ਚ ਵੱਡਾ ਕ੍ਰਾਈਸਿਸ ਆ ਕਿ ਜ਼ਿਲ੍ਹਾ ਵਾਈਜ਼, ਸਕੂਲ ਵਾਈਜ਼ ਮੈਪਿੰਗ ਆ ਜਿਹੜੀ ਉਹਦੇ ਪੱਧਰ ਤੇ ਨਹੀਂ ਹੋਈ। ਦੂਜਾ ਦਿਲਚਸਪ ਕਹਿ ਲਓ ਜਾਂ ਇੱਕ ਟ੍ਰੈਜਿਕ ਪਹਿਲੂ ਇਹ ਵੀ ਆ ਕਿ ਹੌਲੀ ਹੌਲੀ ਸਾਡੇ ਜਿਹੜੇ ਸੀਗੀਆਂ, ਅਸੀਂ ਬਹੁਤ ਜ਼ਿਆਦਾ ਮਤਲਬ ਵੱਖ-ਵੱਖ ਜਿਹੜੀਆਂ ਸੰਸਥਾਵਾਂ ਸੀ, ਉਹਨਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲੋਂ CBSE ਬੋਰਡ ਵੱਲ ਨੂੰ ਚੱਲਣਾ ਸ਼ੁਰੂ ਕਰਤਾ। ਇੱਕ ਤੀਸਰੇ ਪਲੇਅਰ ਨਵੇਂ ਕਿਸਮ ਦੇ ਇਸ ਕਿਸਮ ਨਾਲ ਆ ਗਏ ਵੀ ਕਿ ਸਟੇਟ ਤੋਂ ਸਾਨੂੰ ਕੋਈ ਲੋੜ ਨਹੀਂ। ਹੌਲੀ ਹੌਲੀ ਉਹਨਾਂ ਨੇ ਪ੍ਰਾਈਵੇਟਾਈਜੇਸ਼ਨ ਨੂੰ CBSE ਨਾਲ ਜੋੜ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਜਿਹੜਾ, ਜਾਂ ਪੰਜਾਬ ਦੇ ਸਕੂਲ ਆ, ਇੱਕ ਨਵੇਂ ਕਿਸਮ ਦਾ ਸੰਕਟਗ੍ਰਸਤ ਪੱਧਰ ਤੇ ਕਰਨੇ ਸ਼ੁਰੂ ਕਰਤੇ। ਫੇਰ ਆ ਜਾਂਦੀ ਹੈ ਜਿਹੜੀ ਇਹਦੇ ਵਿੱਚ ਟੀਚਰ ਯੂਨੀਅਨ ਕੰਮ ਕਰਦੀਆਂ ਨੇ, ਕਈ ਯੂਨੀਅਨਸ ਨੇ, ਉਹਨਾਂ ਨੇ ਵੀ ਕਿਸੇ ਨਾ ਕਿਸੇ ਲੈਵਲ ਤੇ ਪੋਲੀਟੀਕਲ ਲਿੰਕੇਜ ਜਾਂ ਹੋਰ ਆ, ਉਹਨਾਂ ਨੂੰ ਟਰਾਂਸਫਰ ਪਾਲਿਸੀਆਂ। ਇਸ ਕਰਕੇ ਇੱਕ ਇੰਡੀਪੈਂਡੈਂਟ ਐਜੂਕੇਸ਼ਨ ਦੇ ਪੱਧਰ ਤੇ ਜਿਹੜੀ ਕੋਠਾਰੀ ਕਮਿਸ਼ਨ ਵੇਲੇ ਬਹਿਸ ਸੀ, ਜਿਹੜੀ ਸਾਰੀ ਦੁਨੀਆ 'ਚ ਈਵਨ ਰਾਧਾ ਕ੍ਰਿਸ਼ਨਨ ਵੇਲੇ ਸੀ ਕਿ ਅਟੋਨਮੀ ਦਾ ਮਤਲਬ ਕੀ ਆ, ਸਕੂਲਾਂ ਦੀ ਖੁਦ ਮੁਖਤਿਆਰੀ ਦਾ ਕੀ ਆ। ਉਸ ਵੇਲੇ ਸੀ ਕਿਸੇ ਪ੍ਰਿੰਸੀਪਲ ਨੂੰ ਮਿਲਣ ਲਈ ਮੰਤਰੀ ਜਾਂ MLA ਹੇਠਾਂ ਉਤਰ ਕੇ ਆਉਂਦੇ ਸੀਗੇ। ਜੇ ਕਿਸੇ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਲਰ ਜਾਂਦਾ ਸੀ ਤਾਂ ਉਹ ਟਾਈਮ ਦਿੰਦਾ ਸੀਗਾ ਮੁੱਖ ਮੰਤਰੀ ਕਿ ਸਾਡੇ ਇਸ ਇਲਾਕੇ ਦੀ ਨਵੀਂ ਐਜੂਕੇਸ਼ਨ ਨੂੰ ਤਬਦੀਲ ਕਰ ਲਈ। ਹੌਲੀ ਹੌਲੀ ਜਿਹੜੀ ਉਹ ਸੰਸਥਾਵਾਂ ਦੀ ਖੁਦ ਮੁਖਤਿਆਰੀ, ਇੰਡੀਪੈਂਡੈਂਸ, ਉਹ ਢਿੱਲੀ ਹੋ ਗਈ, ਤੇ ਉਹਦੇ ਨਾਲ ਜਿਹੜਾ ਪੋਲੀਟੀਸ਼ੀਅਨ ਹੌਲੀ ਹੌਲੀ ਉਹਦੇ ਉੱਪਰ ਪਾਵਰਫੁਲ ਹੁੰਦਾ ਰਿਹਾ। ਹੁਣ ਆਉਣ ਵਾਲੇ ਸਮੇਂ 'ਚ ਸਿਸਟਮ ਦੇ ਅੰਦਰ ਹੀ ਸਿਸਟਮ ਖੜੇ ਕਰਕੇ ਸਕੂਲ ਆਫ ਐਮੀਨੈਂਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨਵੇਂ ਰੂਪ 'ਚ ਸਾਹਮਣੇ ਆ ਕੇ ਨਵੇਂ ਸੰਕਟਾਂ ਨੂੰ ਜਨਮ ਦੇਣਗੀ।
ਤੁਹਾਡੇ ਕੋਲ ਇੱਕ ਪ੍ਰੋਗਰਾਮ ਲਈ ਬੇਨਤੀ ਇਹ ਵੀ ਲੈ ਕੇ ਆਵਾਂਗੇ ਕਿ ਆਪਾਂ ਦਿੱਲੀ ਮਾਡਲ ਦੀ ਜਿਹੜੀ ਗੱਲ ਕੀਤੀ ਜਾਂਦੀ ਉਹਨੂੰ ਇੱਕ ਵਾਰੀ ਖੰਗਾਲੀਏ ਕਿ ਦਿੱਲੀ ਮਾਡਲ ਕੀ ਹੈਗਾ ਜਿਹਨੂੰ ਪੰਜਾਬ ਦੇ ਵਿੱਚ ਇਹ ਐਜੂਕੇਸ਼ਨ ਦੇ ਵਿੱਚ ਲਾਉਣਾ ਚਾਹੁੰਦੇ ਆ। ਨਾਲ ਹੀ ਤੁਹਾਡੇ ਤੋਂ ਅੱਗੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮਾਂ 'ਚ ਕਿ ਸਕੂਲ ਆਫ ਐਮੀਨੈਂਸ ਕੀ ਬਖੇੜਾ ਹੈਗੇ ਨੇ ਔਰ ਜਿਹੜੇ ਮੈਰੀਟੋਰੀਅਸ ਸਕੂਲ ਬਾਦਲ ਸਾਹਿਬ ਉਹਨਾਂ ਨੇ ਬਣਾਏ ਸੀ ਉਹਨਾਂ ਦਾ ਕੀ ਪ੍ਰਭਾਵ ਅਲਟੀਮੇਟਲੀ ਨਿਕਲਿਆ ਸੀ। ਸਰ ਮੈਂ ਤੁਹਾਡੇ ਵੱਲ ਅੱਜ ਦੀ ਗੱਲਬਾਤ ਦਾ ਆਖਰੀ ਸਵਾਲ ਲੈ ਕੇ ਆਉਣਾ ਚਾਹ ਰਹੀ ਹਾਂ ਸਰ। ਮੈਂ ਚਾਹੁੰਦੀ ਕਿ ਇੱਕ ਵਾਰੀ ਫਿਰ ਇਸੇ ਚੀਜ਼ ਤੇ ਥੋੜਾ ਸੰਖੇਪ ਸਾਨੂੰ ਜਵਾਬ ਦਿੱਤਾ ਜਾਵੇ ਕਿ ਕੀ ਸਾਡੇ ਸਕੂਲ ਟੁੱਟੇ ਹੋਏ ਨੇ ਔਰ ਇਹਨਾਂ ਟੁੱਟੇ ਹੋਏ ਸਕੂਲਾਂ ਦਾ ਸਾਡੇ ਸਮਾਜ ਤੇ ਕੀ ਪ੍ਰਭਾਵ ਹੈ। ਇਹ ਨਾ ਕਠਾਰੀ ਕਮਿਸ਼ਨ ਨੇ ਇੱਕ ਲਾਈਨ ਲਿਖੀ ਸੀ, ਉਹ ਕਹਿੰਦਾ ਸੀ ਜਿੱਦਾਂ ਸਕੂਲ ਟੁੱਟੇ ਹੋਏ ਦਾ ਭਾਵ ਇਹ ਸੀ ਕਿ ਅਮੀਰਾਂ ਦੇ ਬੱਚੇ ਹੋਰ ਸਕੂਲਾਂ 'ਚ ਪੜ੍ਹਨਗੇ, ਗਰੀਬਾਂ ਦੇ ਹੋਰ ਸਕੂਲਾਂ 'ਚ ਪੜ੍ਹਨਗੇ, ਹੈਵਜ਼ ਵਾਲਿਆਂ ਦੇ ਹੋਰ ਪੜ੍ਹਨਗੇ, ਹੈਵ ਨੋਟਸ ਵਾਲਿਆਂ ਦੇ ਹੋਰ ਪੜ੍ਹਨਗੇ, ਤਾਂ ਸਮਾਜ ਬੜਾ ਟੁੱਟਿਆ ਹੋਇਆ ਸਮਾਜ ਹੋਊਗਾ। ਤੇ ਉਹਦੇ 'ਚੋਂ ਹੌਲੀ ਹੌਲੀ ਜਿੱਥੇ ਅਸੀਂ ਗਾਂਹ ਨੂੰ ਵੱਧ ਕੇ 1950ਵਿਆਂ ਤੋਂ 70ਵਿਆਂ 75ਵਿਆਂ 80ਵਿਆਂ ਤੱਕ ਹਰ ਪੱਧਰ ਤੇ ਗਰੀਬ ਤੋਂ ਲੈ ਕੇ ਸਮਾਜ ਦੀ ਬਣਤਰ ਲਈ, ਚਾਹੇ ਕੋਈ ਧਰਮ ਦਾ ਸੀ, ਚਾਹੇ ਕੋਈ ਜਾਤ ਦਾ ਸੀ, ਕੋਈ ਕਾਸਟ ਦਾ ਸੀ, ਉਹਨਾਂ ਲਈ ਕਾਮਨ ਸਕੂਲ ਬਣਾਏ ਸੀ। ਉਹ ਕਾਮਨ ਸਕੂਲ ਟੁੱਟਣ ਦੇ ਨਾਲ ਅੱਜ ਤਸਵੀਰ ਉਹ ਟੁੱਟਿਆ ਹੋਇਆ ਸਕੂਲ ਬਣ ਗਿਆ, ਟੁੱਟਿਆ ਸਮਾਜ ਬਣ ਗਿਆ। ਪਰ ਦੇਖੋ ਜੀ ਹੈਵਸ ਐਂਡ ਹੈਵ ਨੋਟਸ ਵਾਲੀ ਗੱਲ ਤੁਹਾਡੀ ਠੀਕ ਹੈ ਜੀ, ਇੱਕ ਅਲੱਗ ਪਰਸਪੈਕਟਿਵ ਹੈ ਇਹਨੂੰ, ਪਰ ਇੱਕ ਇਹ ਸੱਚਾਈ ਹੈ, ਇਸ ਸਮਾਜ ਦੀ ਸੱਚਾਈ ਹੈ ਕਿ ਆਪਣੀ ਕਾਬਲੀਅਤ, ਪੇਰੈਂਟਸ ਦੀ ਕਾਬਲੀਅਤ ਉਦੋਂ ਡਿਸਾਈਡ ਹੁੰਦੀ ਹੈ। ਉਹਦੇ ਵਿੱਚ ਇੱਕ ਪਹਿਲੂ ਇਹ ਵੀ ਰੱਖਿਆ ਜਾਂਦਾ ਕਿ ਆਪਾਂ ਆਪਣੇ ਬੱਚੇ ਨੂੰ ਕਿਹੜੇ ਸਕੂਲ 'ਚ ਪੜ੍ਹਾ ਰਹੇ ਹਾਂ, ਕਿਹੜੇ ਯੂਨੀਵਰਸਿਟੀ, ਵੱਡੀ ਯੂਨੀਵਰਸਿਟੀ 'ਚ ਪੜ੍ਹਾ ਰਹੇ ਹਾਂ, ਚੰਡੀਗੜ੍ਹ ਦਾ ਕਿਹੜਾ ਸਕੂਲ ਹੈ, ਪਹਾੜਾਂ ਦੇ ਵਿੱਚ ਕਿਹੜਾ ਸਕੂਲ ਬਣਿਆ ਹੈ, ਤੇ ਉਧਰ ਬੈਂਗਲੌਰ ਔਰ ਪੂਨੇ ਵੱਲ ਨੂੰ ਕਿਹੜਾ ਸਕੂਲ ਹੈ। ਸੋ ਜਿਹਦੇ ਕੋਲ ਰਿਸੋਰਸਿਸ ਨੇ ਸਰ, ਉਹ ਤਾਂ ਫਿਰ ਆਪਣੇ ਬੱਚੇ ਦੀ ਪੜ੍ਹਾਈ ਤੇ ਸਰਟਨ ਜੀ ਗੱਲ ਹੈ ਇਨਵੈਸਟ ਕਰੇਗਾ ਹੀ ਕਰੇਗਾ। ਪਰ ਇਹਦੇ ਵਿੱਚ ਸਰਕਾਰ ਦੀ ਭੂਮਿਕਾ, ਪੋਲਿਟਿਕਸ ਦੀ ਭੂਮਿਕਾ, ਪਾਲਿਸੀ ਮੇਕਿੰਗ ਦੇ ਲੈਵਲ ਤੇ ਕੀ ਹੋਵੇ ਕਿ ਸਮਾਜ ਦਾ ਜਿਹੜਾ ਪਾੜਾ ਆ, ਅਮੀਰ ਦੇ ਬੱਚੇ ਦੀ ਐਜੂਕੇਸ਼ਨ ਔਰ ਗਰੀਬ ਔਰ ਮੱਧ ਵਰਗ ਦੇ ਬੱਚੇ ਦੀ ਐਜੂਕੇਸ਼ਨ ਦਾ, ਉਸ ਪਾੜੇ ਨੂੰ ਘਟਾਇਆ ਜਾ ਸਕੇ। ਇਹਦੇ ਵਿੱਚ ਸਰਕਾਰ ਦੀ ਭੂਮਿਕਾ ਕੀ ਹੋਵੇ ਐਟ ਪਾਲਿਸੀ ਮੇਕਿੰਗ ਲੈਵਲ। ਦੇਖੋ ਇਹ ਬਹੁਤ ਵੱਡਾ, ਇਹ ਇੱਕ ਵੱਖਰੇ ਕਿਸਮ ਦਾ ਸਵਾਲ ਵੀ ਆ ਕਿ ਜਿਹੜੇ ਮਿਡਲ ਕਲਾਸ, ਐਵਰੇਜ ਮਿਡਲ ਕਲਾਸ, ਉਹ ਕੈਚੀ ਕਿਸਮ ਦੇ ਸਕੂਲਾਂ ਵੱਲ ਜਾਣੇ ਸ਼ੁਰੂ ਹੋ ਗਏ। ਉਹਦੇ ਨਾਲ ਜੇ ਉਹਨਾਂ ਦੀ ਹਾਲਤ ਦੇਖੋ ਕਿ ਉਹਨਾਂ ਤੇ ਇੰਪੈਕਟ ਫੈਕਟਰ ਕਿੰਨਾ ਪੈਂਦਾ, ਉਹਨਾਂ ਤੇ ਕਿਸ ਪੱਧਰ ਤੇ ਉਹਨਾਂ ਤੇ ਸਟ੍ਰੈਸ ਆ, ਨਾਲ ਦੀ ਨਾਲ ਇਕਨੋਮਿਕ ਸਟ੍ਰੈਸ ਆ। ਕੋਈ ਨਹੀਂ ਚਾਹੁੰਦਾ ਮਾਂ-ਬਾਪ ਕਿ ਮੈਨੂੰ ਬੱਚੇ, ਸਟੇਟ ਸਾਡੇ ਬੱਚੇ ਨੂੰ ਸਾਡੇ ਟੈਕਸਾਂ ਤੋਂ ਐਜੂਕੇਸ਼ਨ ਨਾ ਦੇ ਸਕੇ। ਉਹ ਹਰ ਜੇ ਕੋਈ ਚਾਹੁੰਦਾ ਕਈ ਹੈ ਕਿ ਵਧੀਆ ਐਜੂਕੇਸ਼ਨ ਉਹਨਾਂ ਦੇ ਬੱਚਿਆਂ ਨੂੰ ਅਗਰ ਸਰਕਾਰ ਪ੍ਰੋਵਾਈਡ ਕਰਵਾਏ ਤਾਂ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਮਹਿੰਗੇ ਔਰ ਵੱਡੇ ਸਕੂਲਾਂ ਦੇ ਵਿੱਚ ਭੇਜਣ ਮਹਿੰਗੇ 'ਚ ਜਾਣ ਵੀ ਕਿ ਕਿਉਂ, ਇਸ ਜੇ ਉਹ ਮਹਿੰਗੇ 'ਚ ਜਾਂਦੇ ਵੀ ਨੇ ਜਾਂ ਕਿਸੇ ਨਾ ਕਿਸੇ ਕੁਝ ਸਾਲਾਂ ਬਾਅਦ, ਤੁਸੀਂ ਅਸੀਂ ਤਾਂ ਇਹਨਾਂ ਤੇ ਖੋਜ ਵੀ ਕੀਤੀ ਆ ਕਿ ਉਹਨਾਂ ਦਾ ਬੱਚੇ ਦਾ ਉਹਦੇ ਤੇ ਇੰਪੈਕਟ ਫੈਕਟਰ ਕੀ ਪੈਂਦਾ, ਉਹਦੇ ਜਿਹੜੇ ਬਿਹੇਵੀਅਰ ਤੇ ਕੀ ਅਸਰ ਪੈਂਦਾ। ਉਹਨੇ ਜਿਹੜੀਆਂ ਆਪਣੀਆਂ ਭਾਸ਼ਾ, ਲੈਂਗੁਏਜ, ਕਲਚਰ, ਆਪਣਾ ਜੋ ਘਰ ਦਾ ਐਕਸਪੀਰੀਅੰਸ ਸੀ, ਉਹਦੇ ਚੋਂ ਬਹੁਤ ਜ਼ਿਆਦਾ ਬੱਚਿਆਂ 'ਚ ਅਸੀਂ ਕਹਿੰਦੇ ਬੇਗਾਨਗੀ, ਐਲੀਨੇਸ਼ਨ, ਡਿਪਰੈਸ਼ਨ, ਟੈਨਸ਼ਨ ਇਸ ਕਰਕੇ ਆਉਂਦੀ ਆ। ਐਜੂਕੇਸ਼ਨ ਨੇ ਇਨਲਾਈਟਨ ਇਨਸਾਨ ਪੈਦਾ ਕਰਨਾ, ਰੋਸ਼ਨ ਦਿਮਾਗ ਪੈਦਾ ਕਰਨਾ, ਜਿਹਨੂੰ ਕਿਹਾ ਜਾਂਦਾ ਜੇ ਪਾਲਿਸੀਆਂ 'ਚ ਟੋਟਲ ਐਜੂਕੇਸ਼ਨ ਦਾ ਮਤਲਬ ਹੀ ਹੈ, ਜਦੋਂ ਮਨਵੀਰ ਬੱਚਾ ਪੈਦਾ ਹੁੰਦਾ ਉਹ 25-30 ਗੁਣ ਲੈ ਕੇ ਪੈਦਾ ਹੁੰਦਾ। ਉਹ ਨੱਚਦਾ, ਟੱਪਦਾ, ਗਾਉਂਦਾ, ਹੱਸਦਾ, ਲਿਖਦਾ, ਉਹਦੇ 'ਚ ਸੰਗੀਤ, ਕਿੰਨੀਆਂ ਖੂਬੀਆਂ ਹੁੰਦੀਆਂ। ਇਹਨੂੰ ਅਸੀਂ ਗਲੋਰੀਅਸ ਹਿਊਮਨ ਸੈਂਸਸ ਕਹਿੰਦੇ ਆ ਐਜੂਕੇਸ਼ਨ 'ਚ। ਐਜੂਕੇਸ਼ਨ 'ਚ ਗਲੋਰੀਅਸ ਹਿਊਮਨ ਸੈਂਸ ਜੋ ਡਿਵੈਲਪ ਕਰਨੀਆਂ ਹੁੰਦੀਆਂ ਐਜੂਕੇਸ਼ਨ ਨੇ, ਨਾ ਕਿ ਸਿਰਫ ਉਹਦੀ ਕੁਝ ਸਕਿੱਲ ਡਿਵੈਲਪ ਕਰਨੀ ਹੁੰਦੀ ਹੈ। ਤੁਸੀਂ ਕੋਟੇ 'ਚ ਦੇਖ ਲਓ ਕੀ ਵਾਪਰ ਰਿਹਾ, ਵੱਖ-ਵੱਖ ਬੱਚੇ ਸਟ੍ਰੈਸ ਦੇ ਲੈਵਲ ਤੇ ਕੀ ਵਾਪਰ ਰਿਹਾ। ਇਹ ਕੋਚਿੰਗ ਸੈਂਟਰ ਨਵੇਂ ਰੂਪ 'ਚ ਐਜੂਕੇਸ਼ਨ ਦੇ ਸਕੂਲ ਦਾ ਕ੍ਰਾਈਸਿਸ ਆ ਜਿਹੜਾ, ਉਹ ਸਿਸਟਮ ਦਾ ਕ੍ਰਾਈਸਿਸ ਵੀ ਦਿਖਾ ਰਿਹਾ। ਜੇ ਅਸੀਂ ਉਸ ਸਿਸਟਮ ਨੂੰ ਹੌਲੀ-ਹੌਲੀ ਰਿਜੈਕਟ ਕਰਕੇ, ਬਦਨਾਮ ਕਰਕੇ ਉਹਨੂੰ ਖਤਮ ਕਰ ਦਿਆਂਗੇ ਤਾਂ ਇੱਕ ਨਵੇਂ ਕਿਸਮ ਦਾ ਜਿਹੜਾ ਸਾਡਾ ਇਸ ਵੇਲੇ ਸੰਕਟਗ੍ਰਸਤ ਐਜੂਕੇਸ਼ਨ ਸਿਸਟਮ ਆ, ਉਹ ਹੋਰ ਸੰਕਟਗ੍ਰਸਤ ਹੋ ਜਾਊਗਾ, ਜਿਹਦੀਆਂ ਪੋਸੀਬਿਲਿਟੀਜ਼ ਕਾਫੀ ਜ਼ਿਆਦਾ ਨੇ। ਤੇ ਉਸ ਤੋਂ ਵੀ ਵੱਧ ਕੇ ਹੁਣ ਤਾਂ ਨੈਸ਼ਨਲ ਕਰੀਕੁਲਮ ਫਰੇਮਵਰਕ 2023 ਜਿਸ ਕਿਸਮ ਦਾ ਆ ਰਿਹਾ, ਉਹ ਨਵੇਂ ਕਿਸਮ ਨਾਲ ਵੱਖ-ਵੱਖ ਪੱਧਰ ਤੇ ਚੀਜ਼ਾਂ ਨੂੰ ਕੱਢ ਰਿਹਾ। ਜਿਵੇਂ ਹੁਣ ਬੱਚੇ ਦਾ, ਜਿਹੜੇ ਪਹਿਲੇ ਕੋਠਾਰੀ ਕਮਿਸ਼ਨ ਨੇ ਕਿਹਾ ਵੀ ਜਿਹੜੇ ਯੋਗਤਾ ਵਾਲੇ ਲੱਖਾਂ ਪਿੰਡਾਂ 'ਚ ਦੂਰ ਤੱਕ ਬੱਚੇ ਨੇ, ਉਹਨਾਂ ਬੱਚਿਆਂ ਵਾਸਤੇ ਅਸੀਂ ਅਵੇਲਿਟੀ ਦੇ ਆਧਾਰ ਤੇ ਟੈਸਟ ਲੈ ਕੇ ਹਜ਼ਾਰਾਂ ਸਕਾਲਰਸ਼ਿਪ ਪ੍ਰੋਵਾਈਡ ਕਰੀਏ, ਨਾ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਸਿਸਟਮ ਖੜਾ ਕਰਕੇ ਕੁਝ
ਟੈਲੈਂਟਡ ਬੱਚੇ ਅਲੱਗ ਲੈ ਕੇ ਦੂਜੇ ਨੂੰ ਨਾਨ ਟੈਲੈਂਟਡ ਕਹਿ ਦਈਏ, ਉਹਦੇ ਸਕੂਲ ਦੇ ਅੰਦਰ ਹੀ ਸੈਗਰੀਗੇਸ਼ਨ ਪੈ ਇੱਕ ਕਲਾਸ ਦੇ ਅੰਦਰ ਇਸ ਕਿਸਮ ਦੇ ਬੱਚੇ ਆ, ਕੋਈ ਲਿਖਦਾ ਬਹੁਤ ਵਧੀਆ, ਕੋਈ ਨੱਚਦਾ ਬਹੁਤ ਵਧੀਆ, ਕੋਈ ਗਾਉਂਦਾ ਬਹੁਤ ਵਧੀਆ, ਇਹਦੀ ਰਾਈਟਿੰਗ ਵਧੀਆ, ਉਹ ਇੱਕ ਦੂਜੇ ਦੇ ਐਕਸਪੀਰੀਅੰਸ ਚੋਂ ਲਰਨ ਕਰਦਾ, ਉਹ ਸਿੱਖਦਾ, ਉਹਦੇ ਚੋਂ ਚੀਜ਼ ਆਉਂਦੀ ਆ। ਐਜੂਕੇਸ਼ਨ ਦੀ ਡਿਊਟੀ ਸਕੂਲਾਂ ਦੀ ਹੁੰਦੀ ਆ ਵੀ ਜਿਹੋ ਜਿਹਾ ਸਮਾਜ ਉਹਨੂੰ ਗਾਂਹ ਲੈ ਕੇ ਜਾਣਾ ਹੁੰਦਾ, ਨਾ ਕਿ ਉਹਨੂੰ ਦਬਾਉਣਾ ਹੁੰਦਾ। ਜੇ ਬੱਚੇ ਨੂੰ ਲੱਗੇ ਮੈਨੂੰ ਤਾਂ ਭਾਸ਼ਾ ਨਹੀਂ ਆਉਂਦੀ, ਹੌਲੀ ਹੌਲੀ ਬੱਚਾ ਛੱਡ ਕੇ ਭੱਜ ਜਾਂਦਾ। ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਦੂਜੀ ਜ਼ੁਬਾਨ ਦੇ ਵਿੱਚ ਪੜ੍ਹਾਓ, ਪਹਿਲੀ ਤੁਹਾਡੀ ਮਾਤਰੀ ਜ਼ੁਬਾਨ ਜਿਹੜੀ ਵੀ ਹੈ, ਜਿਹੜੀਆਂ ਵੀ ਬਣੀਆਂ ਹੁਣ ਤਾਂ ਸਾਡੀਆਂ ਮਲਟੀ ਸੁਸਾਇਟੀਜ਼ ਬਣ ਰਹੀਆਂ ਨੇ, ਉਹਦੇ 'ਚ ਜਿਹੜੀਆਂ ਜ਼ੁਬਾਨਾਂ ਨੇ ਉਹਨੂੰ ਕਿਸ ਰੂਪ 'ਚ ਇੱਕ ਦੂਜੇ ਦੇ ਐਕਸਪੀਰੀਅੰਸ ਨੂੰ ਸ਼ੇਅਰ ਕਰਨੇ। ਸਕੂਲ ਉਹ ਜਗ੍ਹਾ ਹੁੰਦੀ ਆ ਗਾਉਂ ਦੀ, ਪਿੰਡ ਦੀ, ਸ਼ਹਿਰ ਦੀ, ਸਮਾਜ ਦੀ, ਜਿਹੜੀ ਸਭ ਤੋਂ ਖੂਬਸੂਰਤ ਜਗ੍ਹਾ ਹੁੰਦੀ ਆ, ਜਿੱਥੇ ਆਉਣ ਵਾਲਾ ਤੁਹਾਡਾ ਸਮਾਜ ਪਣਪਦਾ। ਜਿੱਦੇ ਸਕੂਲ ਮਰ ਜਾਂਦਾ ਉਹਦੇ ਸਮਾਜ ਮਰ ਜਾਂਦਾ। ਇਸ ਕਰਕੇ ਕੋਠਾਰੀ ਕਮਿਸ਼ਨ ਨੇ ਕਿਹਾ ਸੀ ਭਾਰਤ ਦੀ ਹੋਣੀ ਕਲਾਸਰੂਮਾਂ 'ਚ ਢਲਦੀ, ਜਿਹਦੇ ਕਲਾਸਰੂਮ 'ਚ ਸੰਕਟ ਆ ਜੂ, ਭਾਰਤ ਤੇ ਪੰਜਾਬ 'ਚ ਵੀ ਸੰਕਟ ਆ ਜੂ। ਸਟੇਟ ਦੀ ਮੁੱਢਲੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਜਦੋਂ ਟੈਕਸ ਪੇਅਰਸ ਦਾ ਪੈਸਾ ਆ ਰਿਹਾ ਹੈ ਤਾਂ ਉਹਦੇ ਵਿੱਚੋਂ ਘੱਟੋ ਘੱਟ 6 ਸਾਲ ਦੀ ਉਮਰ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਫ੍ਰੀ ਕੰਪਲਸਰੀ ਐਜੂਕੇਸ਼ਨ, ਔਰ ਉਹ ਐਜੂਕੇਸ਼ਨ ਵੀ ਇੱਕ ਵੱਡੇ ਮਿਆਰ ਦੀ ਐਜੂਕੇਸ਼ਨ, ਜਿਹਦੇ ਵਿੱਚੋਂ ਆਪਾਂ ਇੱਕ ਸਮਾਜ ਨੂੰ ਵਧੀਆ ਇੱਕ ਆਪਣੀ ਸਿਵਲਾਈਜੇਸ਼ਨ ਜਿਹੜੀ ਆ ਉਹ ਬਣਾ ਸਕੀਏ। ਇਹ ਸਰਕਾਰ ਦਾ ਬੇਸਿਕ ਕੰਮ ਬਣਦਾ ਹੈ, ਜਦ ਕਿ ਸਰਕਾਰ ਨੇ ਆਪਣੇ ਆਪ ਨੂੰ ਲਿਮਿਟ ਕਰ ਲਿਆ ਹੈ ਕਿ ਗਲੀਆਂ 'ਚ ਲਾਈਟਾਂ ਲਾ ਦਾਂਗੇ ਤੁਹਾਡੀਆਂ ਤੇ ਹੋਰ ਕੁਛ ਏਦਾਂ ਦੇ ਕੰਮਾਂ ਦੇ ਵਿੱਚ। ਸਰਦਾਰ ਸਾਹਿਬ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ, ਔਰ ਆਈ ਹੋਪ ਇਹ ਬਹੁਤ ਥਾਟ ਪ੍ਰੋਵੋਕਿੰਗ ਹੋਣਗੀਆਂ, ਜਿਹੜੀ ਆਡੀਅנס ਆਪਣੀ ਇਹਨਾਂ ਗੱਲਾਂ ਨੂੰ ਸੁਣੇਗੀ। ਪੰਜਾਬ ਦੇ ਵਿੱਚ ਜਿਹੜੇ ਕਰੰਟ ਮਸਲੇ ਨੇ, ਅੱਜ ਦੇ ਮੌਜੂਦਾ ਮਸਲੇ ਨੇ, ਉਹ ਥੋੜੇ ਜ਼ਿਆਦਾ ਸੈਂਸੇਸ਼ਨਲ ਨੇ, ਉਹਨਾਂ ਦੇ ਵਿੱਚ ਥੋੜਾ ਐਡਵੈਂਚਰ ਛੁਪਿਆ ਹੋਇਆ ਹੈ, ਜਿਵੇਂ ਕਿ ਕਦੀ ਜੀ ਬਲਾਸਟ ਹੋ ਗਏ, ਇੱਕ ਇੱਕ ਦਿਨ ਛੱਡ ਕੇ ਆਲਟਰਨੇਟਿਵ ਡੇ ਦੇ ਉੱਤੇ ਬਲਾਸਟ ਹੋਣੇ ਆ, ਕਦੀ ਬਹੁਤ ਤੱਤੀਆਂ ਗੱਲਾਂ ਹੁੰਦੀਆਂ ਨੇ। ਸਾਡੇ ਜਲੰਧਰ ਦੇ ਵਿੱਚ ਹੁਣ ਇਲੈਕਸ਼ਨਸ ਦੀ ਕਵਰੇਜ ਸੀਗੀ, ਤਾਂ ਉੱਥੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਐਜੂਕੇਸ਼ਨ ਦੀ ਕੋਈ ਗੱਲ ਨਹੀਂ ਕਹੀ ਹੈਗੀ, ਸਿਰਫ ਔਰ ਸਿਰਫ ਜਿਹੜੀਆਂ ਪੋਪੂਲਰ ਗੱਲਾਂ ਨੇ ਉਹੀ ਹੋਈਆਂ ਨੇ। ਸੋ ਮੈਂ ਉਮੀਦ ਕਰਦੀ ਹਾਂ ਕਿ ਐਨੀ ਹਾਊ ਆਡੀਅנס ਜਿਹੜੀ ਆ ਸਾਡੀ ਉਹ ਇਹਨਾਂ ਵੀਡੀਓਜ਼ ਨੂੰ ਸੁਣੇਗੀ। ਜੇ ਅੱਜ ਸੁਣਨ ਦਾ ਟਾਈਮ ਨਹੀਂ ਹੈਗਾ ਤਾਂ ਇਹਨੂੰ ਸੇਵ ਕਰਕੇ ਰੱਖ ਲੈਗੀ, ਜਿੱਦਣ ਆਪਣੇ ਬੱਚਿਆਂ ਦੇ ਭਵਿੱਖ ਦੀ, ਆਪਣੀ ਨਸਲਾਂ ਦੀ ਫਿਕਰ ਹੋਈ ਤਾਂ ਉਹਨਾਂ ਉਦਣ ਇਹਨਾਂ ਵੀਡੀਓਜ਼ ਤੇ ਨਿਗਾਹ ਮਾਰੇਗੀ। ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਆਪਣਾ ਸਮਾਂ ਕੱਢਿਆ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਔਰ ਅੱਗੇ ਵੀ ਮੇਰੀ ਕੋਸ਼ਿਸ਼ ਰਹੂਗੀ ਕਿ ਤੁਹਾਡੇ ਤੋਂ ਟਾਈਮ ਮੰਗਿਆ ਜਾਵੇ ਔਰ ਤੁਹਾਨੂੰ ਜੋੜਿਆ ਜਾਵੇ ਚੈਨਲ ਨਾਲ। ਸਰ ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ।